ਉਸ ਅਕਾਲ ਪੁਰਖ ਨੇ ਇਹ ਮਨੁੱਖਾ ਜਨਮ ਦੇ ਕੇ ਆਪਾਂ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਜਿਹੜਾ ਮਾਰਗ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਭੁੱਲ ਚੁੱਕੇ ਸੀ, ਐਸੇ ਸਤਿਗੁਰੂ ਦਾ ਮਿਲਾਪ ਹੋਇਆ ਜਿਸ ਸਤਿਗੁਰੂ ਨਿਰੰਕਾਰ ਵਾਹਿਗੁਰੂ ਨੇ ਉਸ ਮਾਲਕ ਨਿਰੰਕਾਰ ਵਾਹਿਗੁਰੂ ਦੇ ਮਿਲਾਪ ਦਾ ਮਾਰਗ ਸਾਨੂੰ ਸਮਝਾਉਣਾ ਕੀਤਾ। ਕਿਉਂਕਿ ਅਸੀਂ ਭੁੱਲ ਚੁੱਕੇ ਸੀ, ਆਪਾਂ ਜੀਵ ਸੰਸਾਰ ਤੇ ਆਏ ਹਾਂ। ਕਿਰਤ ਨਾਲ ਮਨ ਇੰਨਾ ਜੁੜ ਗਿਆ ਕਿ ਅਕਾਲ ਪੁਰਖ ਦਾ ਮਾਰਗ ਭੁੱਲ ਗਿਆ। ਉਹਨੂੰ ਮਿਲਾਪ ਕਿਵੇਂ ਕਰਨਾ, ਸੰਸਾਰ ਵਿੱਚ ਅਸੀਂ ਕਿਵੇਂ ਆਏ। ਤੇ ਮਹਾਰਾਜ ਸਾਨੂੰ ਗੁਰਬਾਣੀ 'ਚ ਕਹਿੰਦੇ ਆ ਕਿ ਐਸਾ ਗੁਰੂ ਜਿਹੜਾ ਵੱਡੇ ਭਾਗਾਂ ਦੇ ਨਾਲ ਮਿਲਦਾ ਆ, ਜਿਹੜਾ ਸਾਨੂੰ ਇਹ ਯਾਦ ਕਰਾ ਦੇਵੇ। ਨਹੀਂ ਤਾਂ ਦੁਨੀਆ ਦੇ ਵਿੱਚ ਸੰਸਾਰ ਦੇ ਜੀਵ ਜਿਹੜੇ ਨੇ ਉਹ ਨਿਰੰਕਾਰ ਦਾ ਚੇਤਾ ਭੁਲਾਉਣ ਵਾਸਤੇ ਸਾਨੂੰ ਸੰਸਾਰ ਦੀਆਂ ਗੱਲਾਂ ਸੁਣਾਉਂਦੇ ਨੇ, ਨਿਰੰਕਾਰ ਦੀ ਗੱਲ ਨਹੀਂ। ਤੇ ਮਹਾਰਾਜ ਕਹਿੰਦੇ ਆ ਸੱਚਾ ਗੁਰੂ, ਪੂਰਾ ਗੁਰੂ ਕੌਣ ਆ ਤੇ ਉਹ ਕਿਵੇਂ ਮਿਲਦਾ ਆ। ਉਹ ਮਹਾਰਾਜ ਗੁਰਬਾਣੀ ਸਮਝਾਉਂਦੇ ਉਹ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਜਿਹੜਾ ਸਾਨੂੰ ਭੁੱਲਿਆਂ ਹੋਇਆਂ ਨੂੰ ਉਹ ਮਾਰਗ ਸਮਝਾ ਦੇਵੇ। ਜਿਹਨੂੰ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ। ਮਹਾਰਾਜ ਸਮਝਾਉਣਾ ਕਰਦੇ ਨੇ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗਾਂ ਤੋਂ ਬਗੈਰ ਇਹ ਗੁਰੂ ਦੀ ਬਖਸ਼ਿਸ਼ ਸਾਨੂੰ ਨਹੀਂ ਮਿਲਦੀ। ਵੱਡੇ ਭਾਗ ਹੋਣਗੇ ਤੇ ਸਾਡੀ ਸਮਝ ਵਿੱਚ ਗੁਰਬਾਣੀ ਦੀ ਗੱਲ ਲੱਗਣੀ ਆ ਕਿ ਗੁਰਬਾਣੀ ਦੇ ਵਿੱਚ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਮਾਰਗ ਸਮਝਾਇਆ ਜਾ ਰਿਹਾ। ਅੱਜ ਦੇ ਪਾਵਨ ਬਚਨ ਪ੍ਰਥਮ ਪਿਤਾ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਨੇ। ਔਰ ਆਪਾਂ ਸਾਰਿਆਂ ਗੁਰਮੁਖਾਂ ਨੇ ਕੋਸ਼ਿਸ਼ ਕਰਨੀ ਆ ਕਿ ਵੱਧ ਤੋਂ ਵੱਧ ਆਪਾਂ ਆਪਣੇ ਵਿਚਾਰਾਂ ਨੂੰ ਰੋਕ ਕੇ ਸੁਰਤੀ ਨੂੰ ਇਕਾਗਰ ਕਰਕੇ ਆਪਣੇ ਪਿਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨਾਂ ਨੂੰ ਸੁਣਨਾ ਕਿ ਉਹਨਾਂ ਕੀ ਸਮਝਾਇਆ ਗੁਰਬਾਣੀ ਵਿੱਚ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਰੂ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਤੇ ਕੀ ਸਮਝਾ ਰਹੇ ਸਾਨੂੰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਆ, ਸ਼ਰਨ ਪਰੇ ਗੁਰਦੇਵ ਤੁਮਾਰੀ, ਕਿ ਐ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਸ਼ਰਨ ਵਿੱਚ ਕਿਵੇਂ ਜਾਇਆ ਜਾਂਦਾ ਹੈ? ਇੱਕ ਤੇ ਹੁੰਦਾ ਸਰੀਰ ਕਰਕੇ ਗੁਰੂ ਘਰ ਚਲੇ ਜਾਣਾ, ਸ਼ਰਨ ਵਿੱਚ ਚਲੇ ਜਾਣਾ। ਇੱਕ ਹੁੰਦਾ ਸੁਰਤ ਕਰਕੇ ਨਿਰੰਕਾਰ ਦੀ ਸ਼ਰਨ ਵਿੱਚ ਜਾਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਸੁਰਤ ਦੀ ਖੇਲ ਸਮਝਾ ਰਹੇ ਆ, ਅੰਦਰ ਦੀ ਖੇਲ ਸਮਝਾ ਰਹੇ ਸਾਨੂੰ ਗੁਰਬਾਣੀ ਦੁਆਰਾ। ਤੇ ਮਹਾਰਾਜ ਕੀ ਸਮਝਾਉਣਾ ਕਰਦੇ ਆ? ਕਹਿੰਦੇ ਸ਼ਰਨ ਪਰੇ ਗੁਰਦੇਵ ਤੁਮਾਰੀ, ਐ ਨਿਰੰਕਾਰ ਪਿਤਾ ਵਾਹਿਗੁਰੂ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਹਾਜ਼ਰ ਆ, ਤੇਰੀ ਸ਼ਰਨ ਵਿੱਚ ਆ। ਤੇ ਕੀ ਸਮਝਾਉਂਦੇ ਮਹਾਰਾਜ? ਤੂੰ ਸਮਰੱਥ ਦਿਆਲ ਮੁਰਾਰੀ, ਤੂੰ ਸਮਰੱਥ ਆ ਤੇ ਦਿਆਲ ਵੀ ਬੜਾ ਆ। ਹੁਣ ਦਿਆਲ ਕਿਵੇਂ ਆ? ਜਿਵੇਂ ਆਪਾਂ ਦੇਖੀਏ ਵੀ ਸੰਸਾਰ ਦੇ ਵਿੱਚ ਜੀਵ ਮਾਲਕ ਨੂੰ ਭੁੱਲ ਚੁੱਕੇ ਨੇ, ਉਹ ਮਾਰਗ ਬਿਲਕੁਲ ਹੀ ਆਪਣੇ ਮਨੋਂ ਭੁਲਾਤਾ ਕਿ ਦੁਨੀਆ ਵਿੱਚ ਮਾਲਕ ਨੇ ਸਾਨੂੰ ਮਨੁੱਖਾ ਜਨਮ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਇਹ ਮਾਰਗ ਸਮਝਾ ਕੇ ਦੁਨੀਆ 'ਚ ਭੇਜਿਆ। ਪਰ ਵਾਹਿਗੁਰੂ ਤੂੰ ਇੰਨਾ ਦਿਆਲ ਆ ਕਿ ਸਾਨੂੰ ਭੁੱਲੇ ਹੋਏ ਜੀਵਾਂ ਤੇ ਵੀ ਤਰਸ ਕਰਕੇ ਸਾਨੂੰ ਸਵਾਸ ਦੇ ਰਿਹਾ। ਤੂੰ ਸਾਨੂੰ ਭੁੱਲੇ ਹੋਏ ਜੀਵਾਂ ਤੇ ਤਰਸ ਕਰਕੇ ਖਾਣ ਵਾਸਤੇ ਰਿਜ਼ਕ ਦੇ ਰਿਹਾ। ਇੱਥੋਂ ਤੱਕ ਕਿ ਜਿਹੜੇ ਜੀਵ ਤੇਰਾ ਗੁਣ ਵੀ ਨਹੀਂ ਗਾ ਸਕਦੇ, ਤੂੰ ਇੰਨਾ ਦਿਆਲ ਆ ਕਿ ਤੂੰ ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ। ਤੂੰ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹ ਜੀਵ ਦੇ ਆਪਣੇ ਕਰਮ ਨੇ ਕਿ ਕਿਸੇ ਨੂੰ ਵੱਧ ਮਿਲਦਾ ਤੇ ਕਿਸੇ ਨੂੰ ਘੱਟ ਮਿਲਦਾ। ਦੁਨੀਆ ਵਿੱਚ ਉਹ ਕੀਤੇ ਹੋਏ ਕਰਮਾਂ ਮੁਤਾਬਕ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਆ। ਪਰ ਤੂੰ ਤੇ ਦਿਆਲ ਹੀ ਬਣਾ। ਤੇ ਮਹਾਰਾਜ ਕਹਿੰਦੇ ਐ ਦਿਆਲ ਪੁਰਖ ਮੇਰੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇ ਮਹਾਰਾਜ ਕੀ ਸਮਝਾਉਂਦੇ ਆ? ਸ਼ਰਨ ਪਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮੁਰਾਰੀ। ਤੇ ਸਤਿਗੁਰੂ ਕਹਿੰਦੇ ਆ ਵੀ ਤੇਰੇ ਜਿਹੜੇ ਚੋਜ ਆ ਨਾ, ਜੋ ਤੂੰ ਕਰਦਾ ਆ ਉਹਨੂੰ ਕੋਈ ਜਾਣ ਨਹੀਂ ਸਕਦਾ। ਤੇ ਮਹਾਰਾਜ ਪਹਿਲੋਂ ਸਤਿਗੁਰਾਂ ਦੇ ਬਚਨ ਪੜ੍ਹੀਏ, ਕੀ ਕਹਿੰਦੇ ਆ? ਤੇਰੇ ਚੋਜ ਨਾ ਜਾਣੈ ਕੋਈ,
ਤੂੰ ਪੂਰਾ ਪੁਰਖ ਵਿਧਾਤਾ ਹੈ। ਤੇਰੇ ਚੋਜ ਜੋ ਤੂੰ ਕਰਦਾ ਹੈ ਦੁਨੀਆ ਦੇ ਵਿੱਚ, ਸੰਸਾਰ ਵਿੱਚ, ਉਹ ਤੇਰੀ ਆਪਣੀ ਮਰਜ਼ੀ ਆ। ਤੂੰ ਕੀ ਕਰਨਾ ਉਹਨੂੰ ਕੋਈ ਜਾਣ ਨਹੀਂ ਸਕਦਾ। ਹੁਣ ਚੋਜ ਮਾਲਕ ਦੇ ਹੁੰਦੇ ਨੇ, ਪਰ ਜਦੋਂ ਸਾਨੂੰ ਕੋਈ ਹਾਸਲ ਹੁੰਦਾ ਆ ਨਾ, ਅਸੀਂ ਉਹ ਨਿਰੰਕਾਰ ਨੂੰ ਭੁੱਲ ਕੇ ਮੈਂ ਮੇਰੀ ਦੇ ਹੰਕਾਰ ਵਿੱਚ ਸੰਸਾਰ 'ਚ ਵਿਚਰਦੇ ਹਾਂ ਕਿ ਮੈਂ ਕੀਤਾ, ਮੇਰਾ ਕਰਕੇ ਹੋਇਆ, ਮੇਰੀ ਸਿਆਣਪ ਸੀ, ਮੈਂ ਚਤੁਰ ਸੀ, ਮੈਂ ਬੁੱਧੀ ਵਾਲਾ ਸੀ। ਪਰ ਇਹ ਨਹੀਂ ਸਮਝਿਆ ਕਿ ਇਹ ਚੋਜ ਮਾਲਕ ਨੇ ਕੀਤਾ ਆ। ਜੋ ਵੀ ਦੁਨੀਆ ਵਿੱਚ, ਸੰਸਾਰ ਵਿੱਚ ਸਾਡੇ ਨਾਲ, ਸੰਸਾਰ ਦੇ ਜੀਵਾਂ ਨਾਲ ਜੋ ਕੁਝ ਵੀ ਹੁੰਦਾ ਆ, ਇਹ ਮਾਲਕ ਦਾ ਆਪਣਾ ਚੋਜ ਆ। ਕੋਈ ਦੁੱਖ ਦਾ ਤੇ ਇਹ ਵੀ ਉਹਦੇ ਭਾਣੇ ਵਿੱਚ ਚੋਜ ਆ, ਕੋਈ ਸੁੱਖ ਦਾ ਤੇ ਇਹ ਵੀ ਉਹਦੇ ਭਾਣੇ ਵਿੱਚ। ਤਾਂ ਹੀ ਮਹਾਰਾਜ ਕਹਿੰਦੇ ਤੇਰੇ ਚੋਜ ਨਾ ਜਾਣੈ ਕੋਈ, ਕੋਈ ਨਹੀਂ ਜਾਣ ਸਕਦਾ ਉਹਨੇ ਕੀ ਕਰ ਦੇਣਾ ਆ। ਤੇ ਮਹਾਰਾਜ ਕੀ ਸਮਝਾਉਂਦੇ, ਤੂੰ ਪੂਰਾ ਪੁਰਖ ਵਿਧਾਤਾ ਹੀ, ਪੂਰਾ, ਅਧੂਰਾ ਨਹੀਂ। ਹੁਣ ਇੱਥੇ ਆਪਾਂ ਵਿਚਾਰਨਾ ਇਹ ਆ, ਗੁਰਬਾਣੀ ਦੁਆਰਾ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਅਸੀਂ ਸੰਸਾਰ ਦੇ ਜੀਵਾਂ ਨੇ ਜਿਹੜਾ ਪੂਰਾ ਆ ਉਹਦੇ ਨਾਲ ਪਿਆਰ ਪਾਇਆ ਕਿ ਅਧੂਰਿਆਂ ਨਾਲ ਪਿਆਰ ਪਾਇਆ ਹੈ। ਸਤਿਗੁਰੂ ਗੁਰਬਾਣੀ 'ਚ ਕਹਿੰਦੇ ਵੀ ਉਹ ਪਰਮਾਤਮਾ ਪੂਰਾ ਆ, ਪਰ ਜੀਵ ਅਧੂਰਾ ਆ। ਜੀਵ ਉਹ ਪੂਰਾ ਆ ਜਿਹੜਾ ਪਰਮਾਤਮਾ ਦਾ ਮਿਲਾਪ ਕਰ ਲੈਂਦਾ, ਆਪਣੇ ਸਵਾਸਾਂ ਦਾ ਧਨ ਰਹਿੰਦਿਆਂ, ਸੰਸਾਰ 'ਚ ਇਹ ਮਨੁੱਖਾ ਜਨਮ ਰਹਿੰਦਿਆਂ ਉਹ ਪੂਰਾ ਆ। ਨਹੀਂ ਤਾਂ ਮਰਨ ਤੋਂ ਬਾਅਦ ਵੀ ਜੀਵ ਅਧੂਰਾ ਰਹਿੰਦਾ, ਸੰਸਾਰ 'ਚ ਵੀ ਓਨਾ ਚਿਰ ਅਧੂਰਾ ਜਿੰਨਾ ਚਿਰ ਪੂਰੇ ਦਾ ਮਿਲਾਪ ਨਹੀਂ ਕਰ ਲੈਂਦਾ। ਹੁਣ ਆਪਾਂ ਦੇਖਣਾ, ਅਸੀਂ ਮਾਂ ਨਾਲ ਪਿਆਰ ਪਾਇਆ, ਸਾਡੀ ਸੁਰਤ ਦਾ ਪਿਆਰ ਮਾਂ ਨਾਲ ਹੈ। ਕੀ ਮਾਂ ਸਾਡੀ ਪੂਰੀ ਆ? ਕੀ ਪਿਤਾ ਪੂਰਾ ਆ? ਪਤੀ ਪਤਨੀ, ਬੱਚੇ, ਭੈਣ ਭਰਾ, ਸੰਗੀ ਸਾਥੀ, ਸੰਸਾਰ ਦੇ ਜੀਵ ਪੂਰੇ ਨੇ? ਤੇ ਜੇ ਪੂਰੇ ਨਹੀਂ ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਫਿਰ ਜੇ ਅਧੂਰਿਆਂ ਦੇ ਨਾਲ ਤੁਸੀਂ ਪਿਆਰ ਪਾ ਕੇ ਬੈਠੇ ਹੋ ਨਾ, ਤੇ ਫਿਰ ਤੁਸੀਂ ਵੀ ਅਧੂਰੇ ਜੇ। ਤੇ ਜੇ ਪੂਰੇ ਨਾਲ ਪਿਆਰ ਪਾਓਗੇ ਨਾ, ਤੇ ਪੂਰਾ ਕੌਣ ਆ? ਪੂਰਾ ਇੱਕੋ ਹੀ ਉਹ ਪੁਰਖ ਆ, ਵਾਹਿਗੁਰੂ ਅਕਾਲ ਪੁਰਖ। ਤੇ ਮਹਾਰਾਜ ਤਾਂ ਹੀ ਕਹਿੰਦੇ ਤੇਰੇ ਚੋਜ ਨਾ ਜਾਣੈ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ। ਹੁਣ ਸਤਿਗੁਰੂ ਗੁਰਬਾਣੀ ਦੁਆਰਾ ਆਪਾਂ ਨੂੰ ਅੱਗੇ ਸਮਝਾ ਰਹੇ, ਉਹ ਪੂਰਾ ਕਿਵੇਂ ਆ, ਉਹ ਮਹਾਰਾਜ ਆਪਾਂ ਨੂੰ ਗੁਰਬਾਣੀ ਦੁਆਰਾ ਗਿਆਨ ਬਖਸ਼ਿਸ਼ ਕਰ ਰਹੇ ਆ। ਸਤਿਗੁਰੂ ਸਮਝਾ ਰਹੇ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਵੀ ਜਦੋਂ ਤੋਂ ਸ੍ਰਿਸ਼ਟੀ ਦੀ, ਸੰਸਾਰ ਦੀ ਰਚਨਾ ਹੋਈ ਨਾ, ਕਿ ਐ ਵਾਹਿਗੁਰੂ ਤੂੰ ਆਦ ਸਮੇਂ ਤੋਂ ਲੈ ਕੇ ਜਦੋਂ ਤੋਂ ਦੁਨੀਆ ਹੋਂਦ ਵਿੱਚ ਆਈ ਆ, ਆਦ ਕਹਿੰਦੇ ਆ ਆਦ ਨੂੰ, ਜਦੋਂ ਸੰਸਾਰ ਵਿੱਚ ਕੋਈ ਵੀ ਨਹੀਂ ਸੀ ਆਇਆ, ਉਦੋਂ ਮਾਲਕ ਆਪ ਬੈਠਾ ਸੀ। ਤੇ ਮਹਾਰਾਜ ਗੁਰਬਾਣੀ ਸਮਝਾਉਂਦੇ ਤੂੰ ਆਦ, ਆਦ ਤੋਂ ਜੁਗਾਦ ਕਰਹਿ ਪ੍ਰਿਤਪਾਲਾ। ਜਦੋਂ ਤੂੰ ਸ੍ਰਿਸ਼ਟੀ ਦੀ ਰਚਨਾ ਕੀਤੀ, ਤੂੰ ਸ੍ਰਿਸ਼ਟੀ ਨੂੰ ਬਣਾ ਕੇ, ਸੰਸਾਰ ਦੇ ਜੀਵਾਂ ਨੂੰ ਬਣਾ ਕੇ ਇਸ ਸੰਸਾਰ ਵਿੱਚ ਭੇਜਿਆ। ਆਦ ਜੁਗਾਦ ਸਮੇਂ ਤੋਂ ਲੈ ਕੇ, ਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਕਿ ਤੂੰ ਉਹਨਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ। ਤੇ ਫਿਰ ਉਹ ਪੂਰਾ ਹੀ ਆ ਨਾ। ਹੁਣ ਸਾਡੀ ਮਾਂ ਆ, ਹੋ ਸਕਦਾ ਮੇਰੀ ਹੀ ਪ੍ਰਤਿਪਾਲਣਾ ਕਰੇ, ਤੇ ਜਾਂ ਮੇਰੇ ਬੱਚਿਆਂ ਦੀ ਨਾ ਕਰੇ, ਉਹ ਚਲੀ ਜਾਵੇ। ਹੋ ਸਕਦਾ ਮੇਰੇ ਬੱਚਿਆਂ ਦੀ ਵੀ ਕਰ ਸਕੇ, ਦਾਦੀ ਬਣ ਜਾਵੇ, ਉਹ ਤੋਂ ਬਾਅਦ 'ਚੋਂ ਪ੍ਰਤਿਪਾਲਣਾ ਹੀ ਨਾ ਕਰੇ। ਫਿਰ ਅਧੂਰੇ ਆ ਨਾ, ਸੰਸਾਰ ਦੇ ਸਰੀਰ ਜਿਹੜੇ ਰਿਸ਼ਤੇ ਅਧੂਰੇ ਆ। ਪਰ ਵਾਹਿਗੁਰੂ ਤੂੰ ਤਾਂ ਆਦ ਜੁਗਾਦ ਅਜ਼ੀਮ ਕਾਲ ਸਮੇਂ ਤੋਂ ਇੱਥੇ ਮੌਜੂਦ ਆ। ਉਦੋਂ ਤੋਂ ਲੈ ਕੇ ਹੁਣ ਤੱਕ ਤੂੰ ਸੰਸਾਰ ਦੇ ਸਾਰੇ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ। ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਤੂੰ ਆਦ ਜੁਗਾਦ ਕਰਹਿ ਪ੍ਰਿਤਪਾਲਾ। ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਤਾਂ ਹੀ ਸਮਝਾਉਂਦੇ ਆ ਕਿ ਉਹ ਆਦ ਜੁਗਾਦ ਦੀ ਪ੍ਰਤਿਪਾਲਨਾ ਕਰਨ ਵਾਲਾ ਵਸਦਾ ਕਿੱਥੇ ਆ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਾਂ ਨੂੰ ਗੁਰਬਾਣੀ ਦੁਆਰਾ ਇਹ ਸਮਝਾ ਰਹੇ ਆ। ਮਹਾਰਾਜ ਕਹਿੰਦੇ ਆ ਫਿਕਰ ਨਾ ਕਰੋ, ਉਹ ਹਰ ਇੱਕ ਘਟ, ਹਰ ਇੱਕ ਸਰੀਰ ਦੇ ਅੰਦਰ ਵਸਦਾ, ਉਹ ਤੁਹਾਡੇ ਅੰਦਰ ਵੀ ਬੈਠਾ ਹੋਇਆ। ਤੇ ਮਹਾਰਾਜ ਕੀ ਸਮਝਾਉਣਾ ਕਰਦੇ ਗੁਰਬਾਣੀ ਵਿੱਚ? ਮਹਾਰਾਜ ਸਮਝਾਉਣਾ ਕਰਦੇ ਘਟ ਘਟ ਰੂਪ ਅਨੂਪ ਦਿਆਲਾ। ਰੂਪ ਵੱਖਰੇ ਵੱਖਰੇ ਨੇ। ਸੰਸਾਰ ਦੇ ਜੀਵਾਂ ਨੇ ਧਰਮ, ਜਾਤ ਪਾਤ ਵੱਖਰੀ ਬਣਾ ਲਈ ਆ। ਇੱਥੋਂ ਤੱਕ ਕਿ ਮਹਾਰਾਜ ਕਹਿੰਦੇ ਕੋਈ ਕਾਲਾ, ਕੋਈ ਬਰਾਊਨ ਆ, ਕੋਈ ਗੋਰਾ ਵਾ, ਰੂਪ ਵੱਖਰੇ ਵੱਖਰੇ, ਪਰ ਹਰ ਇੱਕ ਦੇ ਵਿੱਚ ਤੂੰ ਮੌਜੂਦ ਬੈਠਾ ਆ। ਘਟ ਘਟ ਰੂਪ ਅਨੂਪ ਦਿਆਲਾ। ਤੇ ਮਹਾਰਾਜ ਕੀ ਸਮਝਾਉਂਦੇ ਆਪਾਂ ਨੂੰ ਗੁਰਬਾਣੀ ਵਿੱਚ?
ਸਤਿਗੁਰੂ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨਿਰੰਕਾਰ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਹਿ ਰਹੇ ਕਿ ਐ ਵਾਹਿਗੁਰੂ ਤੂੰ ਆਦ ਜੁਗਾਂ ਤੋਂ ਰੱਖਿਆ ਕਰਨ ਵਾਲੇ ਮਾਲਕ, ਤੇਰੀ ਸ਼ਰਨ ਵਿੱਚ ਸਾਡੀ ਸੁਰਤ ਆਈ ਆ, ਤੇ ਜਿਵੇਂ ਤੂੰ ਸਾਨੂੰ ਸੰਸਾਰ ਵਿੱਚ ਚਲਾਵੇਂਗਾ ਨਾ, ਜੋ ਤੈਨੂੰ ਚੰਗਾ ਲੱਗਦਾ ਆ, ਮੈਂ ਉਸੇ ਭਾਣੇ ਵਿੱਚ ਚੱਲੂੰਗਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਰੰਕਾਰ ਨੂੰ ਸੰਬੋਧਨ ਕਰਕੇ ਕਹਿ ਰਿਹਾ। ਹੁਣ ਆਪਾਂ ਦੇਖਣਾ ਕਿ ਅਸੀਂ ਆਪਣੀ ਹਰ ਇੱਕ ਜਿਹੜੀ ਚੀਜ਼ ਦੀ ਡਿਮਾਂਡ ਕਹਿ ਲਓ ਜਾਂ ਕੁਛ ਵੀ ਕਹਿ ਲਓ ਜਾਂ ਭਰੋਸਾ ਕਹਿ ਲਓ, ਮਾਲਕ ਤੇ ਰੱਖਦੇ ਭਲਾ ਦੁਨੀਆ 'ਚ? ਕਦੀ ਨਹੀਂ ਰੱਖਦੇ। ਇਹਦਾ ਮਤਲਬ ਫਿਰ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਵੀ ਉੱਚੇ ਬਣਦੇ ਹਾਂ, ਕਿਉਂਕਿ ਉਹ ਗੁਰੂ ਹੋ ਕੇ, ਪ੍ਰਥਮ ਗੁਰੂ ਹੋ ਕੇ, ਉਸ ਨਿਰੰਕਾਰ ਦੀ ਜੋਤ ਹੋ ਕੇ ਵੀ ਨਿਰੰਕਾਰ ਨੂੰ ਕਹਿ ਰਹੇ ਨੇ ਕਿ ਵਾਹਿਗੁਰੂ ਜੋ ਤੁਧ ਭਾਵੈ ਤਿਵੈ ਚਲਾਵੈ, ਸਭ ਤੇਰੋ ਕੀਆ ਕਮਾਤਾ ਹੈ। ਕਿ ਦੁਨੀਆ ਵਿੱਚ ਸੰਸਾਰ ਦੇ ਜੀਵ ਨੇ ਜਿੱਦਾਂ ਦੀ ਵੀ ਕਮਾਈ ਕੀਤੀ ਆਪਣੇ ਪੂਰਬਲੇ ਜਨਮਾਂ ਦੀ, ਪੂਰਬਲੇ ਕਰਮਾਂ ਦੀ, ਤੂੰ ਉਹਨੂੰ ਉਹਦੇ ਭਾਣੇ ਅਨੁਸਾਰ ਹੀ ਸੰਸਾਰ 'ਚ ਚਲਾ ਰਿਹਾ ਹੈ, ਜੋ ਤੈਨੂੰ ਭਾਉਂਦਾ, ਜੋ ਤੈਨੂੰ ਚੰਗਾ ਲੱਗਦਾ ਆ। ਪਰ ਅਸੀਂ ਤੇ ਨਹੀਂ ਮੰਨਦੇ। ਅਸੀਂ ਕਹਿੰਦੇ ਜੋ ਸਾਨੂੰ ਚੰਗਾ ਲੱਗਦਾ, ਪਰਮਾਤਮਾ ਨੂੰ ਸਾਡੇ ਮੁਤਾਬਕ ਇਹ ਕੰਮ ਕਰਨਾ ਚਾਹੀਦਾ। ਜਿਵੇਂ ਕੱਲ ਇੱਕ ਭੈਣ ਜੀ ਆਏ ਸੀ, ਉਹ ਕਹਿੰਦੇ ਨਾ ਕਿੰਨਾ ਭਰਮ ਸੀ ਨਾ ਮਨ ਦੇ ਵਿੱਚ ਕਿ ਹਰ ਇੱਕ ਚੀਜ਼ ਵਿੱਚ ਮੈਨੂੰ ਘਾਟਾ ਪੈ ਰਿਹਾ, ਹਰ ਇੱਕ ਚੀਜ਼ ਵਿੱਚ ਮੈਨੂੰ ਘਾਟਾ ਪੈ ਰਿਹਾ, ਮੇਰੀ ਕਿਸਮਤ ਇਦਾਂ ਦੀ। ਇੰਨਾ ਮਨ 'ਚ ਅਸੀਂ ਭਰਮ ਪਾਲ ਲਿਆ। ਮਾਰੇ ਕਹਿੰਦੇ ਨਹੀਂ, ਤੇਰੇ ਕੀਤੇ ਹੋਏ ਕਰਮਾਂ ਮੁਤਾਬਕ ਜੋ ਤੈਨੂੰ ਦੁਨੀਆ ਸੰਸਾਰ 'ਚ ਮਿਲ ਰਿਹਾ ਨਾ, ਉਹ ਤੇਰੇ ਆਪਣੇ ਕਰਮ ਆ, ਤੇ ਤੁਸੀਂ ਛੱਡ ਦਿਓ ਪਰਮਾਤਮਾ ਕੇ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰੀ। ਪਰ ਇੱਥੇ ਆ ਕੇ ਫਿਰ ਕਈ ਵਾਰ ਸਾਡੀ ਸੁਰਤ ਇੱਕ ਹੋਰ ਥਾਂ ਤੇ ਅਟਕ ਜਾਂਦੀ ਆ। ਕਹਿ ਤੇ ਦਿੰਦੇ ਆ ਕਿ ਪਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰੀ, ਪਰ ਮਨ ਵਿੱਚ ਇੱਕ ਫੁਰਨਾ ਵੀ ਰੱਖਦੇ ਵੀ ਚੰਗਾ ਹੀ ਕਰੀ। ਇਹ ਬਿਲਕੁਲ ਹਕੀਕਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਹੈਗਾ। ਆਪਾਂ ਕਹਿ ਤੇ ਦਿੰਦੇ ਆ, ਪਰ ਮਨ ਵਿੱਚ ਫਿਰ ਵੀ ਇੱਕ ਆਸ ਰੱਖਦੇ ਕਿ ਚੰਗਾ ਕਰੀ, ਤੇ ਜਾਂ ਫਿਰ ਯਕੀਨ ਹੀ ਨਹੀਂ ਹੁੰਦਾ ਕਿ ਪਤਾ ਨਹੀਂ ਇਹ ਚੀਜ਼ ਹੋਏਗੀ ਜਾਂ ਨਹੀਂ ਹੋਏਗੀ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਰੰਕਾਰ ਨੂੰ ਕਹਿ ਰਹੇ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਨਾ, ਤੂੰ ਉਦਾਂ ਹੀ ਕਰੀ ਜਿਵੇਂ ਤੈਨੂੰ ਚੰਗਾ ਲੱਗਦਾ। ਜਿਉ ਤੁਧ ਭਾਵੈ ਤਿਵੈ ਚਲਾਵੈ, ਸਭ ਤੇਰੋ ਕੀਆ ਕਮਾਤਾ ਹੈ। ਜਿੰਨੇ ਦੁਨੀਆ ਦੇ ਜੀਵ ਇਹ ਚਲਾ ਰਿਆਂ ਤੂੰ ਆਪਣੀ ਮਰਜ਼ੀ ਦੇ ਮੁਤਾਬਕ, ਸਾਰਾ ਤੇਰੇ ਹੁਕਮ ਦੇ ਵਿੱਚ ਕਮਾਈ ਕਰ ਰਹੇ ਨੇ। ਕੋਈ ਨਾਮ ਦੀ ਕਮਾਈ ਤੇ ਜੁੜਿਆ ਹੋਇਆ ਤੇ ਕੋਈ ਦੁਨੀਆ ਦੀ ਕਮਾਈ ਦੇ ਨਾਲ ਜੁੜਿਆ ਹੋਇਆ। ਕੋਈ ਕਾਮ ਦੀ ਕਮਾਈ ਕਰ ਰਿਹਾ, ਕੋਈ ਕ੍ਰੋਧ ਦੀ ਕਮਾਈ ਕਰ ਰਿਹਾ, ਕੋਈ ਲੋਭ ਮੋਹ ਹੰਕਾਰ, ਕੋਈ ਨਿੰਦਿਆ ਚੁਗਲੀ, ਕੋਈ ਈਰਖਾ, ਕੋਈ ਬੈਰ ਵਿਰੋਧ ਦੀ ਕਮਾਈ ਕਰ ਰਿਹਾ। ਤੇ ਮਹਾਰਾਜ ਗੁਰਬਾਣੀ 'ਚ ਤਾਂ ਹੀ ਤੇ ਆਪਾਂ ਨੂੰ ਬਾਰ-ਬਾਰ ਇਹ ਸਮਝਾਉਣਾ ਕਰਦੇ ਆ। ਹੁਣ ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਅਸੀਂ ਬਾਹਰ ਜੋਤਾਂ ਲਾਉਂਦੇ ਆ। ਇਹ ਕੀ ਆ ਜੀ? ਇਹ ਦੇਵੀ ਦੀ ਜੋਤ, ਇਹ ਫਕੀਰ ਦੀ, ਪੀਰ ਦੀ ਜੋਤ, ਇਹ ਬਾਬਾ ਦੀਪ ਸਿੰਘ ਦੀ ਜੋਤ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋਤ ਦੇ ਬਾਰੇ ਅੱਜ ਦੇ ਪਾਵਨ ਬਚਨਾਂ ਵਿੱਚ ਵੀ ਸਾਨੂੰ ਸਮਝਾ ਰਹੇ ਆ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਉਸ ਨਿਰੰਕਾਰ ਜਗ ਜੀਵਨ ਜਿਹੜਾ ਜਗ ਨੂੰ ਜੀਵਨ ਦੇਣ ਵਾਲਾ, ਕਿਉਂਕਿ ਜਗ ਕਿਹਨੇ ਬਣਾਇਆ, ਸੰਸਾਰ ਕਿਹਨੇ ਬਣਾਇਆ? ਨਿਰੰਕਾਰ ਨੇ। ਉਹਨੇ ਬਣਾ ਕੇ ਉਹਨੇ ਜੀਵਨ ਦਿੱਤਾ ਸਾਨੂੰ ਸਾਰਿਆਂ ਨੂੰ। ਉਹਦੀ ਜੋਤ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਆ। ਅੰਤਰ ਜੋਤ ਭਲੀ ਜਗ ਜੀਵਨ, ਸਾਡੇ ਅੰਦਰ ਵਾਹਿਗੁਰੂ ਤੇਰੀ ਜੋਤ ਆ ਟਿਕੀ ਹੋਈ। ਅੰਤਰ ਜੋਤ ਭਲੀ ਜਗ ਜੀਵਨ, ਸਭ ਘਟ ਭੋਗੈ ਹਰ ਰਸ ਪੀਵਨ। ਸਾਰਿਆਂ ਦੇ ਅੰਦਰ ਤੂੰ ਬੈਠਾ ਹੋਇਆ, ਕਿਸੇ ਨੂੰ ਆਪ ਹੀ ਜਪਾ ਕੇ ਤੇ ਆਪੇ ਹੀ ਅੰਦਰੋਂ ਉਸ ਹਰੀ ਦੇ ਰਸ ਨੂੰ ਕੱਢ ਕੇ ਪੀ ਰਿਆਂ, ਆਪਣੇ ਰਸ ਨੂੰ ਕੱਢ ਕੇ ਪੀ ਰਿਆਂ। ਤੇ ਕਈ ਜੀਵ ਜਿਨ੍ਹਾਂ ਦੇ ਅੰਦਰ ਉਹ ਸੰਸਾਰ ਦੇ ਵਿਚਾਰ ਫੁਰਨੇ ਚੱਲਦੇ ਨੇ, ਉਹ ਕ੍ਰੋਧ ਤੇ ਕਾਮ ਦੇ ਰਸ ਦੇ ਵਿੱਚ ਅੰਦਰ ਕ੍ਰੋਧ ਦੇ ਤੇ ਵਾਸ਼ਨਾਵਾਂ ਦਾ ਰਸ ਪੀਂਦੇ ਆ। ਤੇ ਮਹਾਰਾਜ ਤਾਂਹੀਓ ਗੁਰਬਾਣੀ ਸਮਝਾਉਂਦੇ, ਅੰਤਰ ਜੋਤ ਭਲੀ ਜਗ ਜੀਵਨ, ਸਭ ਘਟ ਭੋਗੈ ਹਰ ਰਸ ਪੀਵਨ। ਤੂੰ ਸਾਰਿਆਂ ਦੇ ਅੰਦਰ ਬੈਠਾ ਹੋਇਆ। ਤੇ ਮਹਾਰਾਜ ਸਮਝਾਉਂਦੇ ਗੁਰਬਾਣੀ ਵਿੱਚ, ਆਪੇ ਲੇਵੈ ਆਪੇ ਦੇਵੈ, ਤਿਹੁ ਲੋਈ ਜਗਤ ਪਿਤ ਦਾਤਾ ਹੈ। ਕਹਿੰਦੇ ਉਹ ਸਾਰੇ ਸੰਸਾਰ ਦਾ ਪਿਤਾ ਆ। ਆਪੇ ਲੈ ਰਿਹਾ, ਆਪੇ ਦੇ ਰਿਹਾ। ਕਿਸੇ ਨੂੰ ਭਰਮ ਵਿੱਚ ਪਾਇਆ ਹੋਇਆ, ਕਿਸੇ ਨੂੰ ਭੁਲਾਇਆ ਹੋਇਆ ਤੇ ਕਿਸੇ ਨੂੰ ਜਨਾ ਰਿਹਾ। ਜਿਸੇ ਤੂੰ ਜਨਾਏ ਸੋਈ ਜਨ ਜਾਣੈ।
ਹੁਣ ਇੱਕ ਪਾਸੇ ਇਹ ਵੀ ਸਤਿਗੁਰਾਂ ਕਹਿਤਾ, ਪਰ ਦੂਜੇ ਪਾਸੇ ਇਹ ਵੀ ਸਮਝਾਇਆ ਕਿ ਕਿਤੇ ਭਰਮ 'ਚ ਨਾ ਪੈ ਜਿਓ ਕਿ ਅਸੀਂ ਸਿਮਰਨ ਨਹੀਂ ਕਰ ਸਕਦੇ। ਕਿਉਂਕਿ ਸਾਡੇ ਕਰਮਾਂ 'ਚ ਨਹੀਂ। ਇਹ ਮਹਾਰਾਜ ਕਹਿੰਦੇ ਆ ਜੀ। ਅਸੀਂ ਬਾਣੀ ਨਹੀਂ ਪੜ੍ਹ ਸਕਦੇ ਕਿਉਂਕਿ ਇਹ ਸਾਡੇ ਕਰਮਾਂ 'ਚ ਨਹੀਂ। ਮਹਾਰਾਜ ਕਹਿੰਦੇ ਇਹ ਉਹਨਾਂ ਦੀ ਗੱਲ ਕੀਤੀ ਜਾ ਰਹੀ ਆ ਜਿਨ੍ਹਾਂ ਨੂੰ ਸੰਗਤ ਨਹੀਂ ਮਿਲਦੀ, ਜਿਨ੍ਹਾਂ ਨੂੰ ਗੁਰਬਾਣੀ ਦੀ ਵਿਚਾਰ ਦੇ ਵਿੱਚ ਸੰਗਤ ਵਿੱਚ ਬਹਿੰਦੇ ਨਹੀਂ, ਉਹਨਾਂ ਨੂੰ ਵਿਚਾਰ ਨਹੀਂ ਸਮਝ ਲੱਗਦੀ, ਜਾਂ ਉਹਨਾਂ ਕਦੀ ਗੁਰਬਾਣੀ ਦੀ ਵਿਚਾਰ ਸੁਣੀ ਨਹੀਂ। ਤੁਸੀਂ ਤਾਂ ਮਹਾਰਾਜ ਕਹਿੰਦੇ ਸੁਣ ਲਈ ਆ, ਤੁਹਾਡੇ ਵਾਸਤੇ ਖੇਲ ਨਹੀਂ। ਸਤਿਗੁਰੂ ਗੁਰਬਾਣੀ ਵਿੱਚ ਤਾਂ ਹੀ ਬਾਰ-ਬਾਰ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਉਸ ਮਾਲਕ ਨੇ ਸੰਸਾਰ ਦਾ ਇੱਕ ਖੇਲ ਰਚਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਅੱਜ ਦੇ ਪਾਵਨ ਬਚਨਾਂ ਵਿੱਚ। ਮਹਾਰਾਜ ਕਹਿੰਦੇ ਤੂੰ ਜਗਤ ਦੀ ਉਤਪਤੀ ਕੀਤੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਰੰਕਾਰ ਨੂੰ ਕਹਿ ਰਿਹਾ, ਕਹਿੰਦੇ ਐ ਵਾਹਿਗੁਰੂ ਤੂੰ ਜਗਤ ਦੀ ਉਤਪਤੀ ਕੀਤੀ ਆ ਤੇ ਇਹ ਖੇਲ ਰਚਾਇਆ ਦੁਨੀਆ ਦੇ ਵਿੱਚ ਕਿ ਤੈਨੂੰ ਭੁਲਾ ਕੇ, ਤੂੰ ਆਪਣੇ ਆਪ ਨੂੰ ਭੁਲਾ ਕੇ ਦੁਨੀਆ 'ਚ ਭੇਜਿਆ ਸਰੀਰ ਦੇ ਕੇ, ਤੇ ਫਿਰ ਗੁਰਬਾਣੀ ਦੁਆਰਾ ਆਪੇ ਸਮਝਾ ਰਿਹਾ ਕਿ ਮੇਰੇ ਕੋ ਇਸ ਤਰੀਕੇ ਨਾਲ ਫਿਰ ਵਾਪਸ ਆਓ। ਆਹ ਤਰੀਕਾ ਜੇ ਵਾਪਸ ਆਉਣ ਦਾ। ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਸਤਿਗੁਰ ਕਹਿੰਦੇ ਜਗਤ ਉਪਾਏ ਖੇਲ ਰਚਾਇਆ। ਪਹਿਲੋਂ ਜਗਤ ਦੀ ਉਤਪਤੀ ਕੀਤੀ, ਸੰਸਾਰ ਨੂੰ ਬਣਾਇਆ, ਦੁਨੀਆ ਨੂੰ ਬਣਾਇਆ, ਇਹ ਸ੍ਰਿਸ਼ਟੀ ਨੂੰ ਬਣਾਇਆ, ਤੇ ਫਿਰ ਇੱਕ ਖੇਲ ਰਚਿਆ ਤੂੰ ਆਪਣਾ। ਜਗਤ ਉਪਾਏ ਖੇਲ ਰਚਾਇਆ, ਪਵਣੈ ਪਾਣੀ ਅਗਨੀ ਜਿਉ ਪਾਇਆ। ਜਿਉ ਕਹਿੰਦੇ ਆ ਮਨ ਨੂੰ। ਚਾਰ ਚੀਜ਼ਾਂ ਇਸ ਸਰੀਰ ਦੇ ਅੰਦਰ ਟਿਕਾ ਦਿੱਤੀਆਂ ਤੂੰ। ਕਿਹੜੀਆਂ? ਪਾਣੀ, ਅੱਗ, ਹਵਾ ਤੇ ਜਿਉ। ਪਾਣੀ, ਅੱਗ, ਹਵਾ ਤੇ ਮਨ ਇਸ ਸਰੀਰ ਦੇ ਅੰਦਰ ਆ। ਹੁਣ ਜਿਹੜੀ ਸਾਡੀ ਆ ਭਾਸ਼ਾ ਬਣਦੀ, ਆਵਾਜ਼ ਨਿਕਲਦੀ ਆ, ਇੱਥੇ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ, ਅੱਗ, ਪਾਣੀ ਤੇ ਹਵਾ। ਹੁਣ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਵੀ ਇਹਨਾਂ ਤਿੰਨਾਂ ਚੀਜ਼ਾਂ ਦੇ ਦੁਆਰਾ ਹੀ ਤੂੰ ਇਸ ਸਰੀਰ ਨੂੰ ਤਿਆਰ ਕੀਤਾ ਤੇ ਸੰਸਾਰ ਨੂੰ ਵੀ ਇਹਨਾਂ ਤਿੰਨਾਂ ਚੀਜ਼ਾਂ ਦੁਆਰਾ ਤਿਆਰ ਕੀਤਾ। ਜਿਵੇਂ ਆਪਾਂ ਕੱਲ ਸਤਿਗੁਰਾਂ ਦੀ ਬਾਣੀ ਦੇ ਕੁਝ ਬਚਨ ਪੜ੍ਹੇ ਸੀ, ਕਿਸੇ ਦਿਨ ਸਤਿਗੁਰ ਕਿਰਪਾ ਕਰਨ ਇੱਕ ਓਂਕਾਰ ਦੀ ਵਿਚਾਰ ਮਹਾਰਾਜ ਕਰਵਾਉਣ, ਆਪਾਂ ਸਾਰੇ ਬੈਠ ਕੇ ਕਰਾਂਗੇ ਕਿ ਕਿਵੇਂ ਮਾਲਕ ਆਪਣੇ ਆਪ ਤੋਂ ਪ੍ਰਗਟ ਹੋਇਆ, ਕਿਵੇਂ ਉਸ ਮਾਲਕ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਤੇ ਅੱਜ ਦੇ ਪਾਵਨ ਬਚਨਾਂ ਵਿੱਚ ਹੀ ਉਹ ਸਮਝਾਇਆ ਥੋੜਾ ਜਿਹਾ ਖੇਲ ਮਹਾਰਾਜ ਨੇ। ਕਹਿੰਦੇ ਸ੍ਰਿਸ਼ਟੀ ਦੀ, ਜਗਤ ਦੀ ਰਚਨਾ ਕਿਵੇਂ ਕੀਤੀ ਤੂੰ ਤੇ ਕਿਵੇਂ ਖੇਲ ਖਿਲਾ ਰਿਆ। ਕਹਿੰਦੇ ਜਗਤ ਉਪਾਏ ਖੇਲ ਰਚਾਇਆ, ਪਵਣੈ ਪਾਣੀ ਅਗਨੀ ਜਿਉ ਪਾਇਆ। ਸਰੀਰ ਦੇ ਵਿੱਚ ਤੇ ਸੰਸਾਰ ਦੇ ਵਿੱਚ ਪਾਣੀ, ਅੱਗ ਤੇ ਹਵਾ ਤੋਂ ਖੇਲ ਸ਼ੁਰੂ ਹੋਇਆ। ਕਿਉਂਕਿ ਮਹਾਰਾਜ ਕਹਿੰਦੇ ਉਹ ਸੱਚ ਦੇ ਮੁਖ ਦੇ ਵਿੱਚੋਂ ਕਿਹੜੇ ਗੁਣ ਪੈਦਾ ਹੋਏ? ਸਾਚੇ ਤੇ ਪਵਣਾ ਭਇਆ ਪਹਿਲੋਂ ਪਾਉਣ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਕਿ ਵਾਹਿਗੁਰੂ ਇਹ ਤਿੰਨਾਂ ਚੀਜ਼ਾਂ ਦਾ ਖੇਲ ਰਚਾ ਕੇ ਤੇ ਫਿਰ ਆਪ ਹੀ ਤੂੰ ਇਸ ਖੇਲ ਦੇ ਅੰਦਰ ਬੈਠ ਗਿਆ। ਆਪ ਹੀ ਸਰੀਰ ਬਣਾਏ, ਇਹਨਾਂ ਸਰੀਰਾਂ ਨੂੰ ਵੀ ਤਿੰਨਾਂ ਤੱਤਾਂ ਦੇ ਵਿੱਚ ਪਰੋਇਆ ਤੇ ਪਰੋ ਕੇ ਸਰੀਰਾਂ ਵਿੱਚ ਵੀ ਤੂੰ ਆਪ ਹੀ ਬੈਠ ਗਿਆ। ਕਿਉਂਕਿ ਮਹਾਰਾਜ ਦੇ ਕੱਲ੍ਹ ਦੇ ਆਪਾਂ ਪਾਵਨ ਬਚਨ ਪੜ੍ਹੇ ਸੀ ਨਾ, ਮਹਾਰਾਜ ਸਮਝਾਉਣਾ ਕਰਦੇ ਗੁਰਬਾਣੀ ਵਿੱਚ ਕਿ ਜਹਾਂ ਦੇਖੋ ਤਹ ਰਵ ਰਹਿਆ, ਸ਼ਿਵ ਸ਼ਕਤੀ ਕਾ ਮੇਲ, ਤ੍ਰੈ ਗੁਣ ਬੱਧੀ ਦੇਹੋਰੀ। ਤਿੰਨਾਂ ਗੁਣਾਂ ਦੀ ਦੇਹੀ ਬੱਧੀ ਆ ਜਿਹੜੀ ਆਪਾਂ ਨੂੰ ਹੁਣ ਸਮਝਾ ਰਹੇ, ਪੌਣ, ਪਾਣੀ ਤੇ ਅਗਨੀ। ਤ੍ਰੈ ਗੁਣ ਬੱਧੀ ਦੇਹੋਰੀ, ਜੋ ਆਇਆ ਜਗ ਸੋ ਖੇਲ। ਜਿਹੜਾ ਵੀ ਜੀਵ ਦੁਨੀਆ 'ਚ ਜਨਮ ਲੈ ਕੇ ਆਇਆ ਉਹ ਇਸ ਖੇਲ ਨੂੰ ਖੇਲ ਰਿਹਾ। ਕਿਸੇ ਨੇ ਗੁਰਬਾਣੀ ਦੁਆਰਾ ਇਸ ਖੇਲ ਨੂੰ ਸਮਝ ਲਿਆ ਤੇ ਬਹੁਤੇ ਜੀਵ ਸੰਸਾਰ ਦੇ ਖੇਲ ਹੀ ਭੁੱਲ ਗਏ ਕਿ ਖੇਲ ਚੱਲ ਕੀ ਰਿਹਾ ਆ। ਹੁਣ ਮਹਾਰਾਜ ਕਹਿੰਦੇ ਆ ਜਗਤ ਉਪਾਏ ਖੇਲ ਰਚਾਇਆ, ਪਵਣੈ ਪਾਣੀ ਅਗਨੀ ਜਿਉ ਪਾਇਆ। ਪਾਣੀ, ਅੱਗ, ਹਵਾ ਤੇ ਮਨ ਕਿੱਥੇ ਰੱਖਿਆ? ਉਹ ਮਹਾਰਾਜ ਕਹਿੰਦੇ ਆ ਜਿਹੜੀ ਦੇਹੀ ਬਣਾਈਆਂ 9 ਦਰਵਾਜ਼ਿਆਂ ਦੀ, ਇੱਥੇ ਇਹ ਚੀਜ਼ ਟਿਕਾਈ ਹੋਈ ਆ, ਪਰ ਤੁਹਾਡੀ ਸੁਰਤ ਜਿਹੜੀ ਆ ਉਹ 9 ਦਰਵਾਜ਼ਿਆਂ 'ਚ ਖੇਡਦੀ ਆ ਤੇ 10ਵਾਂ ਪਰਮਾਤਮਾ ਨੇ ਗੁਪਤ ਕਰਕੇ ਰੱਖਿਆ ਹੋਇਆ ਜਿੱਥੇ ਆਪ ਬੈਠਾ ਆ। ਤਾਂ ਹੀ ਮਹਾਰਾਜ ਕਹਿੰਦੇ ਆ ਦੇਹੀ ਨਗਰੀ 9 ਦਰਵਾਜ਼ੇ, ਸੋ 10ਵਾਂ ਗੁਪਤ ਰਹਾਤਾ ਹੀ। ਦੇਹੀ ਨਗਰੀ, ਨਗਰ ਕਹਿ ਦਿੱਤਾ ਇਹਨੂੰ, ਜਿਵੇਂ ਪਿੰਡ ਕਹਿ ਦਿੰਦੇ ਆਪਾਂ ਨਾ, ਵੀ ਇਹ ਸਰੀਰ ਜਿਹੜਾ ਇਹ 10 ਦਰਵਾਜ਼ਿਆਂ ਦਾ ਬਣਾਇਆ ਸੀ। 9 ਦਰਵਾਜ਼ੇ ਉਹਨੇ ਪ੍ਰਗਟ ਕੀਤੇ ਆ ਤੇ 10ਵਾਂ ਗੁਪਤ ਰੱਖਿਆ। ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੇ ਪਾਵਨ ਬਚਨ, ਮਹਾਰਾਜ ਸਮਝਾਉਣਾ ਕਰਦੇ ਨਾ 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਇੱਥੇ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੇਲ ਸਮਝਾ ਰਹੇ ਸਾਨੂੰ। ਸਤਿਗੁਰ ਕਹਿੰਦੇ ਦੇਹੀ ਨਗਰੀ 9 ਦਰਵਾਜ਼ੇ, ਕਹਿੰਦੇ ਸਰੀਰ ਤੁਹਾਡਾ 9 ਦਰਵਾਜ਼ਿਆਂ ਦਾ ਤੇ 10ਵਾਂ ਦਰਵਾਜ਼ਾ ਵੀ ਹੈ ਪਰ ਉਹ ਗੁਪਤ ਆ।
ਦੇਹੀ ਨਗਰੀ 9 ਦਰਵਾਜੇ ਸੋ 10ਵਾਂ ਗੁਪਤ ਰਹਾਤਾ ਹੈ। ਹੁਣ ਇੱਕ ਪਾਸੇ ਤੇ ਪੌਣ ਪਾਣੀ ਤੇ ਅੱਗ ਦੀ ਗੱਲ ਕੀਤੀ ਆ, ਦੂਜੇ ਪਾਸੇ ਮਹਾਰਾਜ ਕਹਿੰਦੇ ਵੀ 4 ਨਦੀਆਂ ਤੁਹਾਡੇ ਇਸ ਸਰੀਰ ਦੇ ਅੰਦਰ ਆ, ਉਹ 4 ਨਦੀਆਂ ਨੇ। ਪਰ ਸਤਿਗੁਰ ਕਹਿੰਦੇ ਵੀ ਕੋਈ ਗੁਰਮੁਖ ਹੀ ਉਹਨਾਂ 4 ਨਦੀਆਂ ਦਾ ਖੇਲ ਸਮਝ ਸਕਦਾ। ਹੁਣ ਮਹਾਰਾਜ ਕਹਿੰਦੇ ਵੀ ਕੋਈ ਗੁਰਮੁਖ ਸ਼ਬਦ ਦੁਆਰਾ ਇਹਨਾਂ ਨਦੀਆਂ ਦਾ ਖੇਲ ਸਮਝ ਸਕਦਾ ਵੀ ਨਦੀਆਂ ਕਿਹੜੀਆਂ ਨੇ ਸਾਡੇ ਸਰੀਰ ਦੇ ਅੰਦਰ ਤੇ ਕਿਵੇਂ ਉਹਨਾਂ ਦੁਆਰਾ ਖੇਲ ਖਿਲਾਇਆ ਜਾ ਰਿਹਾ, ਜਿਹਨੂੰ ਮਹਾਰਾਜ ਕਹਿੰਦੇ ਆ 4 ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ। ਹੁਣ 4 ਨਦੀਆਂ ਸਾਡੇ ਅੰਦਰ ਕਿਹੜੀਆਂ ਆ, ਉਹ ਆਪਾਂ ਸ਼ਾਰਟ ਦੇ ਵਿੱਚ ਹੁਣ ਪੜ੍ਹ ਲੈਂਦੇ ਆ, ਫਿਰ ਕਿਸੇ ਦਿਨ ਮਹਾਰਾਜ ਕਿਰਪਾ ਕਰਨ ਡਿਟੇਲ 'ਚ ਉਹਦੀ ਆਪਾਂ ਸਾਰੇ ਜਾਣੇ ਮਿਲ ਕੇ ਵਿਚਾਰ ਕਰਾਂਗੇ। ਉਹ 4 ਨਦੀਆਂ ਕਿਹੜੀਆਂ, ਉਹ ਸਤਿਗੁਰੂ ਆਪਾਂ ਨੂੰ ਸਮਝਾਉਣਾ ਕਰਦੇ ਗੁਰਬਾਣੀ ਵਿੱਚ, ਹੰਸ ਹੇਤ ਲੋਭ ਕੋਪ 4 ਨਦੀਆਂ ਅੱਗ। ਕਿਹੜੀਆਂ ਜੀ? ਹੰਸ ਹੇਤ ਲੋਭ ਕੋਪ 4 ਨਦੀਆਂ ਅੱਗ। ਇਹ 4 ਨਦੀਆਂ ਦੇ ਵਿੱਚ ਮਨ ਦਾ ਖੇਲ ਖਿਲਾਇਆ ਜਾ ਰਿਹਾ, 3 ਗੁਣਾ ਦਾ ਖੇਲ ਆ ਤੇ 4 ਨਦੀਆਂ ਆ। ਮਾਰੇ ਗੁਰਬਾਣੀ ਚ ਕਹਿੰਦੇ 4 ਨਦੀ ਅਗਨੀ ਅਸਰਾਲਾ, 4 ਨਦੀਆਂ ਅਗਨ ਦੀਆਂ ਵਾ, ਅਗਨ ਸਾਗਰ ਦੀਆਂ ਵਾ। 4 ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ। ਕੋਈ ਗੁਰਮੁਖ, ਕੋਈ ਵਿਰਲਾ ਗੁਰਮੁਖ ਜਿਹੜਾ ਆਪਣੇ ਅੰਦਰ ਚੱਲਦੇ ਹੋਏ ਸ਼ਬਦ ਦਾ ਗਿਆਨ ਲੈ ਲੈਂਦਾ, ਅਨਹਦ ਸ਼ਬਦ ਦਾ, ਉਸ ਸ਼ਬਦ ਦੁਆਰਾ ਇਹਨਾਂ ਨਦੀਆਂ ਦਾ ਗਿਆਨ ਲੈ ਲੈਂਦਾ ਕਿ ਨਦੀਆਂ ਕਿਹੜੀਆਂ ਨੇ ਤੇ ਇਹਨਾਂ ਤੋਂ ਆਪਾਂ ਕਿਵੇਂ ਬਚਣਾ ਆ। ਹੁਣ ਸਤਿਗੁਰੂ ਸਮਝਾਉਂਦੇ ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ, ਤੇ ਜਿਹੜੇ ਮਨਮੁਖ ਜੀਵ ਨੇ ਜਿਨ੍ਹਾਂ ਨੂੰ ਇਹਨਾਂ ਨਦੀਆਂ ਦਾ ਅਜੇ ਤੱਕ ਗਿਆਨ ਨਹੀਂ ਆਇਆ, ਉਹਨਾਂ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀ ਕਹਿ ਰਹੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਸਾਕਤ ਦੁਰਮਤ ਡੂਬੇ ਦਾਝੇ। ਸਾਕਤ ਮੂਰਖ ਪ੍ਰਾਣੀ, ਮਨਮੁਖ ਜੀਵ, ਉਹ ਇਹਨਾਂ ਨਦੀਆਂ ਵਿੱਚ ਡੁੱਬਦੇ ਆ ਫੁਰਨੇ ਵਿਚਾਰਾਂ ਦੇ ਰੂਪ ਵਿੱਚ, ਪਰ ਉਹਨਾਂ ਨੂੰ ਭੇਤ ਨਹੀਂ, ਉਹਨਾਂ ਨੂੰ ਗਿਆਨ ਨਹੀਂ, ਉਹ ਡੁੱਬਦੇ ਜਾ ਰਹੇ ਆ, ਆਪਣਾ ਜੀਵਨ ਖਤਮ ਕਰੀ ਜਾ ਰਹੇ ਆ, ਆਪਣੇ ਕੀਮਤੀ ਸਵਾਸਾਂ ਨੂੰ ਖਤਮ ਕਰੀ ਜਾ ਰਹੇ ਆ। ਇੰਨੇ ਕੀਮਤੀ ਸਵਾਸ ਧਨ ਦਿੱਤਾ ਹੋਇਆ, ਉਹ ਖਰਚ ਹੋ ਰਿਹਾ ਉਹਨਾਂ ਦਾ। ਤੇ ਮਹਾਰਾਜ ਸਮਝਾਉਂਦੇ ਆ ਸਾਕਤ ਦੁਰਮਤ ਡੂਬੇ ਦਾਝੇ, ਗੁਰ ਰਾਖੇ ਹਰ ਲਿਵ ਰਾਤਾ ਹੈ। ਪਰ ਰੱਖਦਾ ਉਹਨੂੰ ਉਹ ਗੁਰੂ ਵਾਹਿਗੁਰੂ ਜਿਹੜਾ ਉਹਦੇ ਨਾਲ ਲਿਵ ਜੋੜ ਲੈਂਦਾ ਆ, ਤੇ ਜਿਹੜਾ ਨਹੀਂ ਜੋੜਦਾ ਉਹ ਕੌਣ ਆ? ਸਾਕਤ ਮਨਮੁਖ ਮੂਰਖ, ਉਹ ਆਪ ਇਹਨਾਂ ਨਦੀਆਂ ਵਿੱਚ ਡੁੱਬ ਜਾਂਦਾ। ਮਹਾਰਾਜ ਕਹਿੰਦੇ ਆ ਸਾਕਤ ਦੁਰਮਤ। ਦੁਰਮਤ ਵੀ ਇੱਥੇ ਕਿਹਾ, ਦੁਰਮਤ ਦਾ ਮਤਲਬ ਹੈ ਦੂਜੀ ਮਤ। ਇੱਕ ਆ ਗੁਰੂ ਦੀ ਮਤ, ਇੱਕ ਆ ਮਾਇਆ ਦੀ ਮਤ। ਹੁਣ ਅਸੀਂ ਦੇਖਣਾ ਕਿ ਸਾਡੇ ਮਨ ਨੇ, ਸਰੀਰ ਨੇ ਨਹੀਂ, ਸਾਡੇ ਮਨ ਨੇ ਗੁਰੂ ਦੀ ਮਤ ਲਈ ਆ ਕਿ ਮਾਇਆ ਦੀ ਮਤ ਲਈ ਆ? ਦੁਰਮਤ, ਦੁਰ ਦਾ ਮਤਲਬ ਦੂਜੀ ਮਤ, ਮਾਇਆ ਦੀ ਮਤ। ਪਰ ਅਸੀਂ ਤਾਂ ਮਾਇਆ ਦੀ ਮਤ ਲਈ ਆ, ਕਿਉਂਕਿ ਚਿੱਤ ਸੰਸਾਰ ਨਾਲ ਲਾ ਲਿਆ, ਪਿਆਰ ਸੰਸਾਰ ਦੇ ਜੀਵਾਂ ਆਪਣੇ ਪਰਿਵਾਰ ਦੇ ਨਾਲ ਪਾ ਲਿਆ, ਨਿਰੰਕਾਰ ਪੂਰੇ ਨਾਲ ਪਾਇਆ ਨਹੀਂ, ਜਿਹੜਾ ਪੂਰਾ ਪੁਰਖ ਆ ਅਧੂਰਿਆਂ ਨਾਲ ਪਿਆਰ ਪਾ ਕੇ ਬਹਿ ਗਏ ਦੁਨੀਆ ਦੇ ਵਿੱਚ। ਤੇ ਮਹਾਰਾਜ ਗੁਰਬਾਣੀ ਚ ਕਹਿੰਦੇ ਆ ਫਿਰ ਉਹ ਦੂਜੀ ਮਤ ਲਈ ਤਾਈਓ ਡੁੱਬਦੇ ਜਾ ਰਹੇ ਆ। ਸਾਕਤ ਦੁਰਮਤ ਡੂਬੇ ਦਾਝੇ, ਗੁਰ ਰਾਖੇ ਹਰ ਲਿਵ ਰਾਤਾ ਹੈ। ਹੁਣ ਮਹਾਰਾਜ ਕਹਿੰਦੇ ਆਪ ਤੇਜ ਵਾਏ ਪ੍ਰਿਥਵੀ ਆਕਾਸਾ, ਤਿਨ ਮੈਂ ਪੰਚ ਤਤ ਘਰ ਵਾਸਾ। ਹੁਣ ਮਹਾਰਾਜ ਕਹਿੰਦੇ ਆ ਕਿ ਇਹ ਪ੍ਰਿਥਵੀ ਆਕਾਸ਼ ਤੇਜ ਤੇ ਵਾਏ, 5 ਤੱਤਾਂ ਦਾ, ਪੌਣ ਪਾਣੀ ਅੱਗ ਧਰਤੀ ਤੇ ਆਕਾਸ਼, ਇਹਨਾਂ 5 ਤੱਤਾਂ ਤੋਂ ਸਾਡੇ ਮਨ ਦਾ ਜਨਮ ਹੋਇਆ ਆ, ਜਿਹਨੂੰ ਮਹਾਰਾਜ ਗੁਰਬਾਣੀ ਚ ਕਹਿੰਦੇ ਨਾ ਪੰਚ ਤਤ ਸੁਨਹੁ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਸਾਨੂੰ 5 ਤੱਤਾਂ ਤੋਂ ਮਨ ਦਾ ਜਨਮ ਕਰਾ ਕੇ, ਕਿਉਂਕਿ ਸਰੀਰ ਦਾ ਜਨਮ ਮਾਤਾ ਪਿਤਾ ਦੀ ਰਕਤ ਬੂੰਦ ਨਾਲ ਤਿਆਰ ਹੁੰਦਾ ਆ, ਇਹ ਸਰੀਰ ਵੀ ਤੇ 5 ਤੱਤਾਂ ਦਾ, ਪਰ ਮਨ ਦੇ ਬਾਰੇ ਸਮਝਾ ਰਹੇ ਆ ਕਿ ਮਨ 5 ਤੱਤਾਂ ਤੋਂ ਪ੍ਰਗਟ ਕਰਕੇ, ਤੇ ਮਹਾਰਾਜ ਕਹਿੰਦੇ ਇਹਦਾ ਸੰਯੋਗ ਸਰੀਰ ਨਾਲ ਕਰਕੇ ਤੇ ਇਹਨੂੰ ਦੁਨੀਆ ਦੀ ਕਿਰਤ ਨਾਲ ਜੋੜ ਦਿੱਤਾ ਜਾਂਦਾ ਆ। ਪੰਚ ਤੱਤ ਸੁਨਹੁ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਇੰਨਾ ਜੀਵ ਕਰਮ ਦਾ ਅਭਿਆਸ ਕਰ ਚੁੱਕਾ ਕਿ ਨਾਮ ਦਾ ਅਭਿਆਸ ਕਰਨਾ ਭੁੱਲ ਗਿਆ, ਤਾਂ ਹੀ ਤਾਂ ਕਰਮ ਦਾ, ਕਿਰਤ ਦਾ ਅਭਿਆਸ ਕਰ ਕਰਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੇ ਮਹਾਰਾਜ ਕੀ ਗੁਰਬਾਣੀ ਚ ਕਹਿੰਦੇ ਆ? ਮਹਾਰਾਜ ਕਹਿੰਦੇ ਆਪ
ਤੇਜ ਵਾਏ ਪ੍ਰਿਥਵੀ ਆਕਾਸਾ, ਤਿੰਨਮੈ ਪੰਚ ਤਤ ਘਰ ਵਾਸਾ। ਤੇ ਕੀ ਸਮਝਾਉਂਦੇ, ਕਹਿੰਦੇ ਸਤਿਗੁਰ ਸ਼ਬਦ ਰਹਿ ਰੰਗ ਰਾਤਾ, ਤਜ ਮਾਇਆ ਹਉਮੈ ਭਰਾਤਾ ਹੀ। ਮਹਾਰਾਜ ਕਹਿੰਦੇ ਆ ਜਿਹੜਾ ਸਤਿਗੁਰ ਦੀ ਸ਼ਰਨ ਵਿੱਚ ਆ ਕੇ, ਸਤਿਗੁਰ ਦੇ ਕੋਲ ਆ ਕੇ ਉਸ ਅਕਾਲ ਪੁਰਖ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਰੰਗ ਲੈਂਦਾ ਆ। ਕਿਉਂਕਿ ਦੋ ਰੰਗ ਹੁੰਦੇ ਆ, ਇੱਕ ਜੀਵ ਆਪਣੇ ਕੱਪੜੇ ਤੇ ਕੱਚਾ ਰੰਗ ਚੜਾਉਂਦੇ ਆ ਜਿਹਨੂੰ ਕਸੁੰਭ ਦਾ ਰੰਗ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਉਹ ਕੁਛ ਕੁ ਟਾਈਮ ਵਾਸਤੇ ਹੁੰਦਾ ਕਿ ਕੱਪੜੇ ਤੇ ਇਹ ਰੰਗ ਚੜਾਇਆ, ਫਿਰ ਆਪਣੀ ਮਰਜ਼ੀ ਦਾ ਆਪਾਂ ਰੰਗ ਚੜਾ ਲਾਂਗੇ ਵੀ ਜੇ ਮੈਨੂੰ ਇਹ ਕਲਰ ਪਸੰਦ ਨਾ ਆਇਆ। ਤਾਂ ਹੀ ਮਹਾਰਾਜ ਗੁਰਬਾਣੀ 'ਚ ਵੀ ਕਹਿੰਦੇ ਆ, ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ। ਇੱਥੇ ਕਸੁੰਭ ਦਾ ਰੰਗ ਕਹਿੰਦੇ ਮਾਇਆ ਨੂੰ, ਵਿਚਾਰ ਜਿਹੜੇ ਫੁਰਨੇ ਚੱਲ ਰਹੇ ਨੇ ਉਹਦਾ ਰੰਗ ਸਾਡੇ ਅੰਦਰ ਮਨ ਤੇ ਚੜ ਗਿਆ। ਇੱਕ ਹੁੰਦਾ ਮਜੀਠ ਦਾ ਰੰਗ, ਜਿਹੜਾ ਇੱਕ ਵਾਰੀ ਕੱਪੜੇ ਤੇ ਚੜ ਗਿਆ ਉਹ ਮੁੜ ਕੇ ਲੱਥਦਾ ਨਹੀਂ, ਪੱਕਾ ਰੰਗ ਹੁੰਦਾ ਆ। ਉਹ ਮੁੜ ਕੇ ਕਦੀ ਕੱਪੜਾ ਪਾਟਣੋਂ ਪਾਟ ਜੂਗਾ, ਉਹ ਰੰਗ ਨਹੀਂ ਉਤਰਦਾ। ਇੱਥੇ ਕਹਿ ਦਿੱਤਾ ਨਾਮ ਨੂੰ ਮਜੀਠ ਕਹਿ ਦਿੱਤਾ, ਕੱਚਾ ਰੰਗ ਮਾਇਆ ਦੇ ਰੰਗ ਨੂੰ ਕਹਿ ਦਿੱਤਾ ਵੀ ਤੁਸੀਂ ਮਨ ਦੇ ਉੱਪਰ ਮਜੀਠ ਦਾ ਰੰਗ ਨਹੀਂ ਚੜਾਇਆ, ਕੱਚਾ ਰੰਗ ਜਿਹੜਾ ਕਸੁੰਭ ਦਾ ਉਹ ਚੜਾਇਆ ਹੋਇਆ ਆਪਣੇ ਮਨ ਦੇ ਉੱਪਰ। ਮਹਾਰਾਜ ਤਾਈਓ ਗੁਰਬਾਣੀ 'ਚ ਕਹਿੰਦੇ ਆ, ਸਤਿਗੁਰ ਕਹਿੰਦੇ ਆ ਸਤਿਗੁਰ ਸ਼ਬਦ ਰਹੇ ਰੰਗ ਰਾਤਾ, ਤਜ ਮਾਇਆ ਹਉਮੈ ਭਰਾਤਾ ਹੈ। ਹੁਣ ਸਤਿਗੁਰ ਮਹਾਰਾਜ ਕਹਿੰਦੇ ਇਹ ਮਨ ਭੀਜੈ ਸ਼ਬਦ ਪਤੀਜੈ। ਮਨ ਭੀਜੈ ਮਤਲਬ ਮਨ ਸੁੱਕਾ ਆ, ਸਾਡਾ ਜਨਮਾਂ ਜਨਮਾਂ ਦਾ ਸੁੱਕਾ ਆ, ਇਹ ਸੁੱਕ ਚੁੱਕਾ ਆ। ਕਿਉਂ ਸੁੱਕ ਚੁੱਕਾ? ਕਿਉਂਕਿ ਮਨ ਨੂੰ ਜਿਸ ਅੰਮ੍ਰਿਤ, ਜਿਸ ਪਾਣੀ, ਜਿਸ ਜਲ ਦੀ ਲੋੜ ਸੀ, ਉਹ ਜਲ ਸਰੀਰ ਦੇ ਅੰਦਰੋਂ ਕੱਢ ਕੇ ਮਨ ਦੇ ਉੱਪਰ ਕਦੀ ਪਾਇਆ ਨਹੀਂ ਗਿਆ, ਕਦੀ ਇਹਨੇ ਲਿਆ ਹੀ ਨਹੀਂ ਉਹ ਜਲ ਅੰਦਰੋਂ। ਇਹ ਸੁੱਕ ਚੁੱਕਾ ਆ। ਮਹਾਰਾਜ ਤਾਈਓ ਕਹਿੰਦੇ ਆ ਗੁਰਬਾਣੀ ਵਿੱਚ, ਇਹ ਮਨ ਭੀਜੈ ਸ਼ਬਦ ਪਤੀਜੈ। ਮਹਾਰਾਜ ਕਹਿੰਦੇ ਇਹ ਮਨ ਭਿੱਜਦਾ ਕਾਹਦੇ ਨਾਲ ਆ, ਗਿੱਲਾ ਕਿਹਦੇ ਨਾਲ ਹੁੰਦਾ? ਇਹਦੀ ਜਿਹੜੀ ਸੁੱਕ ਚੁੱਕਾ ਆ, ਇਹ ਹਰਿਆ ਕਿਹਦੇ ਨਾਲ ਹੋਊਗਾ? ਗੁਰੂ ਦੇ ਸ਼ਬਦ ਦੁਆਰਾ। ਹੁਣ ਸੁੱਕਾ ਹੋਇਆ ਮਨ, ਹੁਣ ਜਿਵੇਂ ਸੁੱਕਾ ਹੋਇਆ ਦਰਖਤ ਆ, ਉਹ ਥੋੜੀ ਜਿਹੀ ਵੀ ਹਨੇਰੀ ਆਵੇ ਤੇ ਉਹ ਹਿੱਲਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਦੀਆਂ ਜੜ੍ਹਾਂ ਮਜ਼ਬੂਤ ਨਹੀਂ ਰਹਿੰਦੀਆਂ, ਉਹ ਧਰਤੀ ਨੂੰ ਛੱਡ ਦਿੰਦੀਆਂ, ਸੁੱਕ ਚੁੱਕੀਆਂ ਨੇ ਥੱਲਿਓਂ ਜੜ੍ਹਾਂ। ਸਾਡੇ ਮਨ ਦੀਆਂ ਜੜ੍ਹਾਂ ਪਰਮਾਤਮਾ ਦੇ ਨਾਮ ਦੇ ਸ਼ਬਦ ਦਾ ਰਸ ਲੈਣ ਤੋਂ ਬਗੈਰ ਇੰਨੀਆਂ ਸੁੱਕ ਚੁੱਕੀਆਂ, ਜਿਹਨੂੰ ਅਸੀਂ ਕਹਿੰਦੇ ਆ ਕਿ ਇਹਨੂੰ ਭੂਤ ਚੰਬੜ ਗਿਆ, ਇਹਨੂੰ ਪ੍ਰੇਤ ਚੰਬੜ ਗਿਆ, ਇਹਦੇ ਅੰਦਰ ਬੋਲਦਾ, ਇਹਨੂੰ ਬਾਬੇ ਕੋਲ ਲੈ ਕੇ ਜਾਓ। ਮਹਾਰਾਜ ਕਹਿੰਦੇ ਮਨ ਸੁੱਕਾ ਹੋਇਆ ਆਪ ਹੀ ਅਡੋਲ ਹੋ ਗਿਆ ਤੇ ਆਪਣੇ ਆਪ ਤੋਂ ਡਰੀ ਜਾਂਦਾ, ਆਪਣੇ ਸਰੂਪ ਤੋਂ, ਖੁਦ ਤੋਂ ਡਰੀ ਜਾਂਦਾ। ਅਸੀਂ ਫੜ ਕੇ ਬਾਬਿਆਂ ਤੇ ਲੈ ਜਾਂਦੇ, ਜਿਹਨੂੰ ਪ੍ਰੇਤ ਚੰਬੜ ਗਿਆ, ਕੱਢੋ ਇਹਦੇ ਅੰਦਰ, ਵੇਖੋ ਇਦਾਂ ਦੀਆਂ ਆਵਾਜ਼ਾਂ ਕੱਢਦਾ ਆ। ਤੇ ਮਹਾਰਾਜ ਕਹਿੰਦੇ ਜੇ ਇਹਨੂੰ ਹਰਿਆ ਕਰਨਾ ਦੁਬਾਰਾ, ਤੇ ਤੁਹਾਨੂੰ ਸਤਿਗੁਰੂ ਨਿਰੰਕਾਰ ਵਾਹਿਗੁਰੂ ਦੇ ਸ਼ਬਦ ਨੂੰ ਧਿਆਉਣਾ ਪਏਗਾ, ਸ਼ਬਦ ਦਾ ਗਿਆਨ ਲੈਣਾ ਪਏਗਾ। ਤਾਂ ਹੀ ਮਹਾਰਾਜ ਕਹਿੰਦੇ ਇਹ ਮਨ ਭੀਜੈ ਸ਼ਬਦ ਪਤੀਜੈ, ਬਿਨ ਨਾਮੇ ਕਿਆ ਟੇਕ ਟਕੀਜੈ। ਹੁਣ ਕਹਿੰਦੇ ਆ ਨਾ ਮਨ ਨਹੀਂ ਟਿਕਦਾ, ਪਾਣੀ ਪੜ੍ਹਦੇ ਮਨ ਨਹੀਂ ਟਿਕਦਾ, ਤੇ ਮਹਾਰਾਜ ਕਹਿੰਦੇ ਫਿਰ ਸ਼ਬਦ ਨੂੰ ਜਪੋ, ਫਿਰ ਇਹ ਮਨ ਨੇ ਟਿਕਣਾ। ਸ਼ਬਦ ਤੋਂ ਬਗੈਰ ਮਨ ਟਿਕ ਨਹੀਂ ਸਕਦਾ। ਜਦੋਂ ਬਾਣੀ ਪੜ੍ਹਨੀ ਆ, ਉਸ ਤੋਂ ਪਹਿਲੋਂ ਥੋੜ੍ਹਾ ਜਿਹਾ ਆਪਣੀ ਆਵਾਜ਼ ਨੂੰ ਸੁਣ ਸੁਣ ਕੇ ਸਿਮਰਨ ਕਰੋ। ਤੇ ਜਦੋਂ ਬਾਣੀ ਪੜ੍ਹੋਗੇ, ਇਸ ਆਪਣੀ ਦ੍ਰਿਸ਼ਟੀ ਨੂੰ ਬਿਲਕੁਲ ਸ਼ਬਦ ਦੇ ਉੱਪਰ ਟਿਕਾ ਕੇ ਆਪਣੀ ਆਵਾਜ਼ ਨੂੰ ਸੁਣੀ ਜਾਓ ਕਿ ਜੋ ਸ਼ਬਦ ਪੜ੍ਹ ਰਹੇ ਹੋ ਮੇਰੇ ਕੰਨ ਸੁਣ ਰਹੇ ਆ, ਕਿਉਂਕਿ ਇਹਨੂੰ ਜਾਚ ਆ ਜਾਏਗੀ ਟਿਕਣ ਦੀ। ਪਰ ਸ਼ਬਦ ਤੋਂ ਬਗੈਰ ਨਹੀਂ ਟਿਕੇਗਾ। ਇਹ ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਬਿਨ ਨਾਮੇ ਕਿਆ ਟੇਕ ਟਕੀਜੈ, ਕਹਿੰਦੇ ਇਹਦੀ ਟੇਕ ਨਹੀਂ ਬਣਦੀ। ਇਹ ਮਨ ਇੱਕ ਥਾਂ ਤੇ ਟਿਕਦਾ ਨਹੀਂ ਸ਼ਬਦ ਤੋਂ ਬਗੈਰ, ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ ਆਪਾਂ। ਤੇ ਸਤਿਗੁਰ ਕੀ ਕਹਿੰਦੇ ਆ, ਕਿਉਂਕਿ ਇਹਨੂੰ ਟਿਕਣ ਵੀ ਕੌਣ ਨਹੀਂ ਦਿੰਦਾ। ਕਹਿੰਦੇ ਅੰਤਰ ਚੋਰ ਮੂਹੈ ਘਰ ਮੰਦਰ, ਇਨ ਸਾਕਤ ਦੂਤ ਨਾ ਜਾਤਾ ਹੀ। ਕਹਿੰਦੇ ਉਹ ਨਹੀਂ ਟਿਕਣ ਦਿੰਦੇ ਜਿਹੜੇ ਤੁਹਾਡੇ ਸਰੀਰ ਦੇ ਅੰਦਰ 5 ਚੋਰ ਬੈਠੇ ਹੋਏ ਆ, ਨਾ ਤੇ ਤੁਹਾਡੇ ਮਨ ਨੂੰ ਹਰਿਆ ਹੋਣ ਦਿੰਦੇ ਵੀ ਅੰਦਰੋਂ ਤੁਸੀਂ ਉਸ ਅੰਮ੍ਰਿਤ ਨੂੰ ਕੱਢ ਕੇ ਪੀਵੋ। ਕਿਉਂਕਿ ਮਹਾਰਾਜ ਕਹਿੰਦੇ ਇਸ ਦੇਹੀ ਅੰਤਰ 5 ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਮਨਮੁਖ ਜੀਵ ਦਾ ਵੀ ਅੰਮ੍ਰਿਤ ਲੁੱਟ ਰਿਹਾ, ਤੇ ਲੁੱਟ ਹੋਰ ਵੀ ਜੀਵਾਂ ਦਾ ਰਹੇ ਆ ਜਿਹੜੇ ਗੁਰਬਾਣੀ ਵੀ ਪੜ੍ਹਦੇ ਪਰ ਗਿਆਨ ਪੜ੍ਹੀ ਜਾ ਰਹੇ, ਪਰ ਗਿਆਨ ਕਮਾਇਆ ਨਹੀਂ ਕਿ ਇਹਨਾਂ ਨੂੰ ਅੰਮ੍ਰਿਤ ਲੁੱਟਣ ਤੋਂ ਕਿਵੇਂ ਬਚਾਉਣਾ,
ਕਿਉਂਕਿ ਜਿਹੜੀ ਸਾਡੀ ਖੁਰਾਕ ਆ ਉਹ ਤਾਂ ਉਹ ਪੀ ਜਾ ਰਹੇ ਆ। ਤੇ ਅਸੀਂ ਦੇਖਦੇ ਹਾਂ ਜੇ ਸਾਡੀ ਖੁਰਾਕ ਦੁਸ਼ਮਣ ਖਾਊ ਪੀਊਗਾ, ਸਾਨੂੰ ਭੁੱਖਿਆਂ ਰੱਖੂਗਾ, ਅਸੀਂ ਕਮਜ਼ੋਰ ਤੇ ਦੁਸ਼ਮਣ ਬਲਵਾਨ ਹੋਣਗੇ। ਹੁਣ ਤਾਂ ਹੀ ਮਾਲਕ ਦਾ ਮਿਲਾਪ ਕਿਉਂ ਨਹੀਂ ਹੋ ਰਿਹਾ? ਕਿਉਂਕਿ ਜਿਹੜੇ 5 ਜਾਣੇ ਨੇ ਕਾਮ, ਕ੍ਰੋਧ, ਲੋਭ, ਹੰਕਾਰ, ਸਾਡੀ ਖੁਰਾਕ ਉਹ ਪੀ ਜਾ ਰਹੇ ਨੇ ਅੰਦਰੋਂ ਕੱਢ ਕੇ। ਸਾਨੂੰ ਭੇਤ ਨਹੀਂ, ਉਹ ਬਲਵਾਨ ਹੋ ਰਹੇ ਤੇ ਮਨ ਕਮਜ਼ੋਰ ਹੋ ਰਿਹਾ ਆ। ਸਤਿਗੁਰੂ ਗੁਰਬਾਣੀ 'ਚ ਤਾਂ ਹੀ ਸਮਝਾਉਂਦੇ ਆਪਾਂ ਨੂੰ। ਮਾਰੇ ਕਹਿੰਦੇ ਅੰਤਰ ਚੋਰ ਮੂੰਹੈ ਘਰ ਮੰਦਰ, ਇਨ ਸਾਕਤ ਦੂਤ ਨ ਜਾਤਾ ਹੀ। ਤੇ ਸਤਿਗੁਰੂ ਅੱਗੇ ਸਮਝਾਉਂਦੇ ਆ। ਹੁਣ ਮਹਾਰਾਜ ਕਹਿੰਦੇ ਆ ਕਿ ਇਹਦੇ ਅੰਦਰ ਖਿੱਚੋ ਤਾਣ ਪਾਈ ਹੋਈ ਇਹਨਾਂ 5 ਜਾਣਿਆਂ ਨੇ। ਕਦੀ ਮਨ ਨੂੰ ਕਾਮ ਖਿੱਚ ਕੇ ਲੈ ਜਾਂਦਾ, ਕਦੀ ਕ੍ਰੋਧ, ਕਦੀ ਸਤੋ ਗੁਣ, ਕਦੀ ਰਜੋ ਗੁਣ ਤੇ ਕਦੀ ਤਮੋ ਗੁਣ ਖਿੱਚ ਕੇ ਲੈ ਜਾਂਦਾ। ਹੁਣ ਮਹਾਰਾਜ ਕਹਿੰਦੇ ਦੁੰਦਰ ਦੂਤ ਭੂਤ ਪਿਹਾਲੇ, ਖਿੱਚੋ ਤਾਣ ਕਰੇ ਬੇਤਾਲੇ। ਇਹ ਮਨ ਨੂੰ ਖਿੱਚੋ ਤਾਣ ਪਈ ਹੋਈ ਆ। ਇੰਨੀ ਖਿੱਚੋ ਤਾਣ ਪਈ ਆ ਕਿ ਕਿਸੇ ਵੇਲੇ ਇੰਨਾ ਮਨ ਚਲਾਕ ਹੋ ਜਾਂਦਾ ਕਿ ਜਦੋਂ ਗੁਰਬਾਣੀ ਦੀ ਕਥਾ ਸੁਣਦੇ ਆ, ਜਦੋਂ ਸਿਮਰਨ ਕਰਦੇ ਆ, ਉਦੋਂ ਕਹਿੰਦੇ ਅੱਜ ਤੋਂ ਬਾਅਦ ਸਾਰਾ ਕੁਝ ਛੱਡ ਦੇਣਾ, ਬਸ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜ ਜਾਣਾ, ਮਾੜੇ ਕੰਮ ਛੱਡ ਦੇਣੇ, ਨਿੰਦਿਆ ਚੁਗਲੀ ਛੱਡ ਦੇਣੀ, ਆ ਦੁਨੀਆ ਦਾ ਸੰਸਾਰ ਦਾ ਮਾੜਾ ਕਰਮ ਛੱਡ ਦੇਣਾ। ਪਰ ਇੰਨਾ ਇਹ ਸਤਿਗੁਰਾਂ ਨੇ ਇੱਥੋਂ ਤੱਕ ਗੁਰਬਾਣੀ 'ਚ ਮਨ ਨੂੰ ਕੁੱਤੇ ਦੀ ਪੂਛ ਵੀ ਆਖ ਦਿੱਤਾ ਕਿ ਇਹ ਕਦੀ ਸਿੱਧੀ ਨਹੀਂ ਹੁੰਦੀ। ਜਦੋਂ ਗੁਰਬਾਣੀ ਦੀ ਕਥਾ ਜਾਂ ਸਿਮਰਨ ਤੋਂ ਉੱਠੋਗੇ, ਇਹੋ ਮਨ ਫਿਰ ਦੁਨੀਆ ਨਾਲ ਜੁੜ ਜਾਂਦਾ ਤੇ ਫਿਰ ਭਾਲਦਾ ਕਿ ਕੋਈ ਦੁਨੀਆ ਦੀ ਗੱਲ ਸੁਣਾਵੇ ਮੈਨੂੰ, ਕੋਈ ਨਿੰਦਿਆ ਸੁਣਾਵੇ, ਕੋਈ ਚੁਗਲੀ ਸੁਣਾਵੇ। ਮਨ ਨੂੰ ਖਿੱਚੋ ਤਾਣ ਕਰੀ ਜਾ ਰਹੇ ਨੇ, ਇਹਨੂੰ ਤਾਈਓ ਤਾਂ ਅੰਦਰ ਟਿਕਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਦੁੰਦਰ ਦੂਤ ਭੂਤ ਪਿਹਾਲੇ, ਖਿੰਚੋ ਤਾਣ ਕਰੇ ਬੇਤਾਲੇ। ਹੁਣ ਜਿੰਨਾ ਚਿਰ ਮਨ ਜਿਹੜੀ ਸਾਡੀ ਸੁਰਤ ਆ, ਮਹਾਰਾਜ ਕਹਿੰਦੇ ਜਿੰਨਾ ਚਿਰ ਅੰਦਰ ਚੱਲਦੇ ਹੋਏ ਸ਼ਬਦ ਨਾਲ ਨਹੀਂ ਜੁੜਦੀ, ਸਤਿਗੁਰ ਕਹਿੰਦੇ ਆ ਇਹ ਮਨ ਜਿਹੜਾ ਵਾ ਸੰਸਾਰ ਦੇ ਵਿੱਚ ਆਉਂਦਾ ਤੇ ਜਾਂਦਾ ਰਹੇਗਾ। ਹੁਣ ਮਹਾਰਾਜ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਸ਼ਬਦ ਸੁਰਤ ਬਿਨ ਆਵੈ ਜਾਵੈ, ਸ਼ਬਦ ਸੁਰਤ ਬਿਨ ਆਵੈ ਜਾਵੇ। ਬਿਨਾਂ ਸ਼ਬਦ ਤੋਂ ਸਾਡੀ ਸੁਰਤੀ ਆਉਂਦੀ ਤੇ ਜਾਂਦੀ ਰਹੂਗੀ, ਜੰਮਦੀ ਤੇ ਮਰਦੀ ਰਹੂਗੀ ਸੰਸਾਰ ਵਿੱਚ। ਸ਼ਬਦ ਸੁਰਤ ਬਿਨ ਆਵੈ ਜਾਵੈ, ਪਤ ਖੋਈ ਆਵਤ ਜਾਤਾ ਹੀ। ਪਤ ਖੋਈ, ਇੱਜ਼ਤ ਗਵਾ ਕੇ ਮਨ ਇੱਥੋਂ ਜਾਂਦਾ ਆ। ਇਹ ਨਾ ਸੋਚਿਓ ਵੀ ਦੁਨੀਆ 'ਚ ਸਰੀਰ ਦੀ ਇੱਜ਼ਤ ਦੀ ਗੱਲ ਨਹੀਂ ਕੀਤੀ ਕਿ ਫਲਾਣੇ ਦੀ ਤੇ ਬੜੀ ਮਹਿਮਾ ਸੀ ਸੰਸਾਰ ਦੇ ਵਿੱਚ, ਉਹਦੇ ਤਾਂ ਨੌਕਰ ਚਾਕਰ ਸੀ, ਉਹਨੂੰ ਤਾਂ ਦੁਨੀਆ ਮੰਨਦੀ ਸੀ। ਇੱਥੇ ਮਨ ਦੀ ਗੱਲ ਸਮਝਾਈ ਜਾ ਰਹੀ, ਕਿਉਂਕਿ ਆਪਾਂ ਮੰਨਿਆ ਆਪਾਂ ਤਨ ਨਹੀਂ ਹੈਗੇ, ਪਰ ਆਪਾਂ ਤਨ ਨੂੰ ਆਪਣਾ ਆਪ ਸਮਝੀ ਬੈਠੇ ਹਾਂ। ਇਹ ਤਨ ਆਪਾਂ ਨਹੀਂ ਹੈਗੇ, ਇਹਦੇ ਅੰਦਰ ਵਸਦਾ ਹੋਇਆ ਮਨ ਆਪਾਂ ਆ। ਹੁਣ ਸਤਿਗੁਰ ਕਹਿੰਦੇ ਆ ਕਿ ਜਿੰਨਾ ਚਿਰ ਉਸ ਮਨ ਨੂੰ, ਜਿਸ ਨੂੰ ਸੁਰਤ ਵੀ ਆਖ ਦਿੱਤਾ ਗੁਰਬਾਣੀ ਵਿੱਚ, ਜਿੰਨਾ ਚਿਰ ਉਹ ਸੁਰਤ ਸ਼ਬਦ ਨਾਲ ਅੰਦਰ ਨਹੀਂ ਜੁੜਦੀ, ਇਹ ਆਉਂਦੀ ਤੇ ਜਾਂਦੀ ਰਹੂਗੀ। ਤੇ ਜਿੰਨੀ ਵਾਰ ਵੀ ਦੁਨੀਆ 'ਚ ਜਾਊ, ਆਪਣੀ ਇੱਜ਼ਤ ਜਮਾਂ ਦੇ ਅੱਗੇ ਗਵਾ ਕੇ ਜਾਊ, ਧਰਮਰਾਜ ਦੀ ਦਰਗਾਹ 'ਚ ਆਪਣੀ ਇੱਜ਼ਤ ਗਵਾ ਕੇ ਜਾਊਗਾ। ਹੁਣ ਆਪਾਂ ਦੇਖਣਾ ਦੁਨੀਆ 'ਚ ਅਸੀਂ ਬੜੀ ਇੱਜ਼ਤ ਭਾਲਦੇ ਹਾਂ ਵੀ ਕੋਈ ਮੇਰੀ ਬੇਇੱਜ਼ਤੀ ਨਾ ਕਰੇ, ਕੋਈ ਮੇਰਾ ਮਖੌਲ ਨਾ ਡਾਵੇ। ਕਿੰਨੀ ਸਾਨੂੰ ਸ਼ਰਮ ਆਉਂਦੀ ਆ। ਅਸੀਂ ਮਾਰਨ ਤੱਕ ਜਾਂਦੇ ਜੀਵਾਂ ਨੂੰ ਦੁਨੀਆ ਵਿੱਚ, ਸੰਸਾਰ ਵਿੱਚ, ਵੀ ਇਹਨੇ ਮਜ਼ਾਕ ਕਿੱਦਾਂ ਮੇਰਾ ਡਾਇਆ, ਇਹਨੇ ਮੇਰੀ ਬੇਇੱਜ਼ਤੀ ਕਿੱਦਾਂ ਕੀਤੀ। ਤੇ ਮਹਾਰਾਜ ਕਹਿੰਦੇ ਆ ਉੱਥੇ ਵੀ ਤੁਹਾਡੀ ਇੱਦਾਂ, ਇਹਦੇ ਨਾਲੋਂ ਵੀ ਵੱਧ ਕਿੰਨੀ ਕੁ ਬੇਇੱਜ਼ਤੀ ਹੋਊਗੀ ਦਰਗਾਹ ਦੇ ਵਿੱਚ, ਜੇ ਤੁਸੀਂ ਸੁਰਤ ਨੂੰ ਸ਼ਬਦ ਨਾਲ, ਨਿਰੰਕਾਰ ਦੇ ਪਿਤਾ ਦੇ ਵਾਹਿਗੁਰੂ ਦੇ ਨਾਲ ਨਹੀਂ ਜੋੜਿਆ। ਤੇ ਮਹਾਰਾਜ ਕੀ ਸਮਝਾ ਰਹੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਸ਼ਬਦ ਸੁਰਤ ਬਿਨ ਆਵੈ ਜਾਵੈ, ਪਤ ਖੋਈ ਆਵਤ ਜਾਤਾ ਹੈ। ਜਿੰਨੀ ਵਾਰ ਵੀ ਆਊਗਾ ਜਾਊਗਾ, ਇੱਜ਼ਤ ਗਵਾ ਕੇ ਸੰਸਾਰ ਤੇ ਜਾਊਗਾ, ਜਿੰਨਾ ਚਿਰ ਅਕਾਲ ਪੁਰਖ ਨੂੰ ਪਾ ਨਹੀਂ ਲੈਂਦਾ ਦੁਨੀਆ ਵਿੱਚ ਰਹਿੰਦੇ ਹੋਏ। ਤੇ ਮਹਾਰਾਜ ਅੱਗੇ ਗੁਰਬਾਣੀ ਸਮਝਾਉਂਦੇ। ਹੁਣ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਆ, ਇਹਨੂੰ ਤੂੰ ਸੁੰਦਰ ਸਮਝਦਾ ਆਪਣੇ ਸਰੀਰ ਨੂੰ ਕਿ ਮੇਰਾ ਚਿਹਰਾ ਬੜਾ ਸੋਹਣਾ, ਮੇਰੇ ਹੱਥ ਪੈਰ ਬੜੇ ਸੋਹਣੇ, ਮੇਰੇ ਸਰੀਰ ਦਾ ਢਾਂਚਾ ਬੜਾ ਸੋਹਣਾ। ਹੁਣ ਇੱਕ ਸ਼ਬਦ ਪਹਿਲੋਂ ਜਿਹੜਾ ਆਪਾਂ ਉਚਾਰਨ ਕਰਦੇ ਹਾਂ ਵੀ ਸਤਿਗੁਰ ਕਹਿੰਦੇ ਜਿਹੜੀ ਚਮੜੀ ਦਾ ਤੂੰ ਹੰਕਾਰ ਕਰਦਾ, ਲੈ ਮੈਂ ਤੈਨੂੰ ਦੱਸਦਾ ਇਸ ਚਮੜੀ ਵਿੱਚ ਹੈ ਕੀ ਜਿਹਦਾ ਹੰਕਾਰ ਕਰੀ ਫਿਰਦਾ। ਤੇ ਮਹਾਰਾਜ ਕੀ ਸਮਝਾਉਂਦੇ? ਚਮੜੀ ਦੇ ਆਲੇ, ਚਮੜੀ ਲਪੇਟੀ ਆਲੇ ਦੁਆਲੇ, ਚਮੜੀ ਦੇ ਵਿੱਚ ਕੀ ਆ? ਮਹਾਰਾਜ ਕਹਿੰਦੇ ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਕਹਿੰਦੇ ਗੰਦਗੀ, ਖੂਨ ਤੇ ਹੱਡੀਆਂ ਤੇਰੀ ਚਮੜੀ ਦੇ ਅੰਦਰ ਆ। ਤਾਂ ਹੀ ਤੇ ਇਹਨਾਂ 9 ਦਰਵਾਜ਼ਿਆਂ ਦੇ
ਅੱਗੋਂ ਪਿੱਛੋਂ ਇਹਨਾਂ ਨਵਾਂ ਦਰਾਂ ਤੇ ਜੋ ਵੀ ਬਾਹਰ ਨਿਕਲਦਾ ਗੰਦ ਹੀ ਬਾਹਰ ਨਿਕਲਦਾ ਆ, ਕਿਉਂਕਿ ਨਵਾਂ ਦਰਵਾਜ਼ਿਆਂ ਦੇ ਵਿੱਚ ਇਸ ਚਮੜੀ ਦੇ ਅੰਦਰ ਗੰਦਗੀ ਆ। ਬਿਸ਼ਟਾ ਅਸਤ ਰਖਤ ਪਰੇਟੇ ਚਾਮ ਤਿਸ ਉਪਰ ਲੈ ਰਾਖਿਓ ਗੁਮਾਨ। ਕਹਿੰਦੇ ਇਹਦਾ ਹੰਕਾਰ ਕਰਦਾ ਜਿਹੜੀ ਚਮੜੀ ਦੇ ਅੰਦਰ ਗੰਦਗੀ, ਖੂਨ ਤੇ ਹੱਡੀਆਂ ਆ। ਤੇ ਅੱਜ ਦੇ ਪਾਵਨ ਬਚਨਾਂ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾ ਰਹੇ ਆ। ਮਹਾਰਾਜ ਕਹਿੰਦੇ ਕੂੜ ਕਲਰ ਤਨ ਭਸਮੈ ਢੇਰੀ। ਕਹਿੰਦੇ ਇਹ ਜਿਹੜਾ ਤੇਰਾ ਤਨ ਆ ਨਾ, ਜਿਹੜਾ ਤੇਰਾ ਸਰੀਰ ਆ, ਇਹ ਕੀ ਆ? ਕਹਿੰਦੇ ਕੂੜ ਦਾ ਅੰਦਰੋਂ ਭਰਿਆ ਹੋਇਆ ਤੇ ਇੱਕ ਦਿਨ ਨੂੰ ਸਵਾਹ ਦੀ ਢੇਰੀ ਹੋ ਜਾਣਾ। ਇੰਨੇ ਕੁ ਕੁੱਜੇ 'ਚ ਜਾਣਾ ਤੂੰ, ਥੋੜੀ ਕੁ ਸਵਾਹ ਤੇਰੀ ਬਾਨੀ ਬੋਰੀ ਵਿੱਚ ਪਾ ਕੇ ਅਗਲਿਆਂ ਚੁੱਕ ਕੇ ਗਾਂ ਸੁੱਟ ਆਉਣਾ ਤੈਨੂੰ। ਤੂੰ ਹੈ ਕੀ? ਕੁਛ ਨਹੀਂ ਆ। ਮਹਾਰਾਜ ਕਹਿੰਦੇ ਕੂੜ ਕਲਰ ਤਨ ਭਸਮੈ ਢੇਰੀ। ਤੇ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਬਿਨ ਨਾਮ ਹੈ ਕੈਸੀ ਪਤ ਤੇਰੀ। ਨਾਮ ਤੋਂ ਬਿਨਾ ਤੇਰੀ ਇੱਜ਼ਤ ਕਾਦੀ ਆ? ਇਹ ਸਤਿਗੁਰੂ ਸਮਝਾ ਰਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਪਾਵਨ ਬਚਨਾਂ ਵਿੱਚ। ਕਹਿੰਦੇ ਨਾਮ ਤੋਂ ਬਿਨਾ ਤੇਰੀ ਕੋਈ ਇੱਜ਼ਤ ਨਹੀਂ। ਹੋ ਸਕਦਾ ਤੇਰੇ ਸਰੀਰ ਵੱਲ, ਤੇਰੀ ਸ਼ੋਹਰਤ ਵੱਲ ਦੇਖ ਕੇ ਦੁਨੀਆ ਤੇਰੀ ਸਰੀਰ ਦੀ ਇੱਜ਼ਤ ਕਰਦੀ ਹੋਵੇ, ਪਰ ਤੂੰ ਤਾਂ ਸਰੀਰ ਹੈ ਹੀ ਨਹੀਂ। ਸਰੀਰ ਤਾਂ ਇੱਥੇ ਸੰਸਾਰ 'ਚ ਮਾਤਾ ਪਿਤਾ ਦੀ ਗਰਭ ਤੋਂ ਲਿਆ ਤੇ ਇਹ ਕੱਪੜਾ ਸਰੀਰ ਦਾ ਇੱਥੇ ਲਾ ਕੇ ਚੱਲ ਜਾਣਾ, ਪਰ ਤੂੰ ਤਾਂ ਮਾਨਿਆ ਜਿਹੜਾ ਸਰੀਰ 'ਚੋਂ ਬਾਹਰ ਨਿਕਲਦਾ ਹੈ ਅੰਤ ਸਮੇਂ। ਤੇ ਮਹਾਰਾਜ ਕਹਿੰਦੇ ਫਿਰ ਨਾਮ ਤੋਂ ਬਿਨਾ ਤੇਰੀ ਕਾਹਦੀ ਇੱਜ਼ਤ ਆ? ਸਤਿਗੁਰੂ ਸਮਝਾਉਂਦੇ ਆ ਕੂੜ ਕਲਰ ਤਨ ਭਸਮੈ ਢੇਰੀ ਬਿਨ ਨਾਮੈ ਕੈਸੀ ਪਤ ਤੇਰੀ। ਤੇ ਮਹਾਰਾਜ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਬਾਧੇ ਮੁਕਤ ਨਾਹੀ ਜੁਗ ਚਾਰੇ। ਕਹਿੰਦੇ ਚਾਰ ਜੁਗਾਂ ਦੇ ਵਿੱਚ ਜਮਾ ਤੇ ਕਾਲ ਦੇ ਘੇਰੇ ਦੇ ਵਿੱਚ ਤੂੰ ਬੰਧਿਆ ਹੋਇਆ, ਤੂੰ ਮੁਕਤ ਨਹੀਂ ਹੋ ਸਕਦਾ ਕਦੀ ਵੀ। ਮਹਾਰਾਜ ਕਹਿੰਦੇ ਬਾਧੇ ਮੁਕਤ ਨਾਹੀ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ। ਕਿੰਨੇ ਯੁੱਗ ਹੋ ਗਏ ਤੈਨੂੰ ਦੁਨੀਆ 'ਚ ਆਏ ਨੂੰ? ਕਿੰਨੀਆਂ ਜਨਮ ਭੋਗ ਲਏ, ਕਿੰਨੇ ਸਰੀਰ ਭੋਗ ਲਏ, ਕਿੰਨੀਆਂ ਜੂਨਾਂ ਭੋਗ ਲੀਆਂ। ਆਪਾਂ ਪੜ੍ਹਦੇ ਆ ਨਾ ਸਤਿਗੁਰਾਂ ਦੇ ਪਾਵਨ ਬਚਨ ਗੁਰਬਾਣੀ ਵਿੱਚ ਕਿ ਫਿਰਤ ਫਿਰਤ ਅਸੀਂ ਫਿਰਦੇ ਰਹੇ ਦੁਨੀਆ ਵਿੱਚ। ਕਿੱਥੇ? ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ। ਫਿਰ ਜਾ ਕੇ ਮਨੁੱਖਾ ਜਨਮ ਮਿਲਿਆ। ਤੇ ਕਿੱਥੇ ਫਿਰਦੇ ਰਹੇ ਆ? ਉਹ ਸਤਿਗੁਰਾਂ ਦੇ ਪਾਵਨ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਡੇ ਜਨਮਾਂ ਤੇ ਜੂਨਾਂ ਦੀ ਗੱਲ ਕਰਦੇ ਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਅੰਤ ਵਿੱਚ ਫਿਰ ਕੀ ਕਹਿੰਦੇ ਆ? ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰੀਆ। ਕਹਿੰਦੇ ਇਹ ਵਾਰੀ ਆ ਉਸ ਪਰਮਾਤਮਾ ਨੂੰ ਮਿਲਣ ਦੀ। ਹੁਣ ਜਿਹੜਾ ਤੈਨੂੰ ਜਨਮ ਮਨੁੱਖਾ ਮਿਲਿਆ, ਚਿਰੰਕਾਲ ਇਹ ਦੇਹ ਸੰਜਰੀਆ, ਚਿਰਾਂ ਪਿੱਛੋਂ ਤੈਨੂੰ ਸਰੀਰ ਮਿਲਿਆ ਇਹ। ਤੇ ਮਹਾਰਾਜ ਗੁਰਬਾਣੀ ਤਾਈਓ ਕਹਿੰਦੇ ਬਾਧੇ ਮੁਕਤ ਨਾਹੀ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ। ਤੂੰ ਕਾਲ ਦੇ ਤੇ ਜਮਾ ਦੇ ਘੇਰੇ ਵਿੱਚ ਆਪ ਹੀ ਪੈ ਗਿਆ, ਤੈਨੂੰ ਕਿਸੇ ਨੇ ਨਹੀਂ ਪਾਇਆ। ਤੈਨੂੰ ਤੇ ਸਤਿਗੁਰੂ ਨੇ, ਗੁਰੂ ਨੇ ਗੁਰਬਾਣੀ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਨਿਕਲ, ਤੇ ਤੂੰ ਆਪ ਹੀ ਨਹੀਂ ਸਮਝਿਆ। ਤਾਂ ਹੀ ਤੇ ਮਹਾਰਾਜ ਕਹਿੰਦੇ ਆ ਪੂਰਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮਹਿ ਚੂਕ। ਕਹਿੰਦੇ ਜੇ ਗਲਤੀਆਂ ਤੇਰੀਆਂ ਆਪਣੀਆਂ, ਫਿਰ ਸਤਿਗੁਰ ਦੀ ਗਲਤੀ ਨਹੀਂ, ਸਤਿਗੁਰੂ ਨੂੰ ਦੋਸ਼ ਨਾ ਦੇਈਂ ਕਿ ਪ੍ਰਮਾਤਮਾ ਮੈਨੂੰ ਤੇ ਪਤਾ ਨਹੀਂ ਲੱਗਾ ਵੀ ਤੇਰਾ ਮਿਲਾਪ ਕਰਨਾ ਸੀ। ਤੇ ਮਹਾਰਾਜ ਕਹਿੰਦੇ ਮੈਂ ਤੈਨੂੰ ਜਿਹੜੀ ਬਾਣੀ ਪੜ੍ਹਦਾ, ਗੁਟਕਾ ਸਾਹਿਬ ਤੋਂ ਪਾਠ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਦਾ, ਬਾਣੀ ਪੜ੍ਹਦਾ, ਉਹਦੇ ਵਿੱਚ ਤੈਨੂੰ ਇਹ ਭੇਤ ਹੀ ਲਿਖ ਕੇ ਦਿੱਤਾ ਹੈ ਵੀ ਪ੍ਰਮਾਤਮਾ ਨੂੰ ਮਿਲਣਾ। ਪਰ ਤੂੰ ਤਾਂ ਪੂਜੀ ਜਾਣਾ, ਰੁਮਾਲੇ ਚੜਾਈ ਜਾਣਾ, ਮੱਥੇ ਟੇਕੀ ਜਾਣਾ, ਪੜ੍ਹੀ ਜਾਣਾ, ਪਰ ਵਿਚਾਰ ਨਹੀਂ ਕਰਦਾ ਕਿ ਗੁਰਬਾਣੀ ਮੇਰੇ ਸਤਿਗੁਰ ਮੈਨੂੰ ਗੁਰੂ ਸਾਹਿਬਾਨ ਬੈਠੇ ਕੀ ਬੋਲ ਰਹੇ ਆ ਗੁਰਬਾਣੀ ਦੇ ਵਿੱਚ, ਕਿ ਅਸੀਂ ਮਿਲਣ ਵਾਸਤੇ ਆਏ ਪਰਮਾਤਮਾ ਨੂੰ, ਕਿਰਤ ਕਰਨੀ ਆ ਦਸਾਂ ਨੋਹਾਂ ਦੀ, ਆਪਣਾ ਪਰਿਵਾਰ ਪਾਲਣਾ, ਆਪਣਾ ਸਰੀਰ ਵੀ ਪਾਲਣਾ, ਪਰ ਆਪਣਾ ਮਨੋਰਥ ਵੀ ਨਹੀਂ ਭੁੱਲਣਾ। ਹੁਣ ਜਿਵੇਂ ਇੱਥੇ ਵਿਦੇਸ਼ਾਂ ਵਿੱਚ ਬੱਚੇ ਆਉਂਦੇ ਆ, ਆਪਣੇ ਇੰਡੀਆ ਤੋਂ, ਕਿਸੇ ਹੋਰ ਕੰਟਰੀਆਂ ਤੋਂ ਵੀ ਬੱਚੇ ਆਉਂਦੇ ਆ ਪੜ੍ਹਨ ਵਾਸਤੇ, ਉਹ ਆਉਂਦੇ ਆ ਪਰ ਆਪਣਾ ਮਾਂ ਪਿਓ ਨੂੰ ਨਹੀਂ ਭੁੱਲਦੇ ਕਦੀ ਵੀ। ਉਹ ਜੇ ਆਪਾਂ ਸਰੀਰ ਦੇ ਮੋਹ ਦੀ ਗੱਲ ਕਰੀਏ ਨਾ, ਆ ਤੇ ਜਾਂਦੇ ਆ ਪਰ ਪਿੱਛੇ ਮਾਂ ਪਿਓ ਨੂੰ ਤਾਂ ਨਹੀਂ ਭੁੱਲਦੇ। ਇੱਥੇ ਮਨ ਨੂੰ ਸਮਝਾਇਆ ਜਾ ਰਿਹਾ ਵੀ ਮਨੁੱਖਾ ਜਨਮ ਲੈ ਕੇ ਤੂੰ ਦੁਨੀਆ 'ਚ ਆ ਤੇ ਗਿਆ, ਕਿਰਤ ਤੇ ਕਰਨ ਲੱਗ ਗਿਆ, ਪਰ ਆਪਣੇ ਨਿਰੰਕਾਰ ਪਿਤਾ ਨੂੰ ਭੁੱਲ ਗਿਆ, ਪਰਮਾਤਮਾ ਨੂੰ, ਕਿ ਤੈਨੂੰ ਭੇਜਿਆ ਕਿਹਨੇ ਦੁਨੀਆ 'ਚ, ਕਿਵੇਂ ਸੰਸਾਰ 'ਚ ਤੂੰ ਆਇਆ। ਮਹਾਰਾਜ ਗੁਰਬਾਣੀ 'ਚ ਤਾਈਓ ਸਮਝਾਉਂਦੇ ਅੱਗੇ, ਮਹਾਰਾਜ ਕਹਿੰਦੇ ਜਮਾਂ ਨੇ ਜਦੋਂ ਤੈਨੂੰ ਬੰਨ੍ਹ ਕੇ ਲਿਜਾਣਾ ਨਾ ਅੰਤ ਸਮੇਂ,
ਤੇ ਤੈਨੂੰ ਉੱਥੇ ਸਜ਼ਾ ਹੀ ਮਿਲਣੀ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਬਚਨਾਂ ਵਿੱਚ ਕਹਿੰਦੇ ਜਮ ਦਰ ਬਾਧੇ ਮਿਲੇ ਸਜਾਈ। ਕਹਿੰਦੇ ਜਮਾਂ ਦਾ ਬੱਧਾ ਹੋਇਆ ਤੈਨੂੰ ਦਰ ਤੇ ਲੈ ਕੇ ਜਾਣਗੇ। ਕਿਹੜੇ ਦਰ ਤੇ? ਜਿੱਥੇ ਧਰਮਰਾਜ ਦੀ ਕਚਹਿਰੀ ਲੱਗਦੀ ਆ। ਜਮ ਦਰ ਬਾਧੇ ਮਿਲੇ ਸਜਾਈ, ਤੇ ਤੈਨੂੰ ਸਜ਼ਾ ਵੀ ਮਿਲੂਗੀ ਵੀ ਜਿਹੜਾ ਕੀਮਤੀ ਧਨ ਸਵਾਸਾਂ ਦਾ ਤੂੰ ਦੁਨੀਆ 'ਚ ਸੰਸਾਰ 'ਚ ਲੈ ਕੇ ਗਿਆ ਸੀ, ਉਸ ਸਵਾਸਾਂ ਦੇ ਧਨ ਦੇ ਬਦਲੇ ਤੂੰ ਕਮਾਈ ਕੀ ਕਰਕੇ ਆਇਆ? ਕੀ ਕੀਤਾ ਈ? ਦੁਨੀਆ ਦੀਆਂ ਗੱਲਾਂ ਵਿੱਚ ਹੀ ਉਜਾੜ ਦਿੱਤੀ ਉਹ ਕਮਾਈ। ਇੰਨਾ ਕੀਮਤੀ ਧਨ ਤੈਨੂੰ ਪ੍ਰਮਾਤਮਾ ਦੇ ਰਿਹਾ। ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕੀਤੀ ਆ ਕਿ ਜਦੋਂ ਕਰੋਨਾ ਟਾਈਮ ਆਇਆ ਸੀ, ਜਾਂ ਹੁਣ ਵੀ ਜੀਵ ਜਦੋਂ ਬਿਮਾਰ ਹੁੰਦਾ ਆ ਤੇ ਉਹਨੂੰ ਆਕਸੀਜਨ ਲਾ ਦਿੰਦੇ ਨੇ। ਉਹ ਨਕਲੀ ਸਾਹ ਜਿਹੜੇ ਆ, ਨਕਲੀ ਸਾਹਾਂ ਦੇ ਆਕਸੀਜਨ ਦੇ ਲੱਖਾਂ ਰੁਪਈਏ ਸਾਨੂੰ ਤਾਰਨੇ ਪੈਂਦੇ ਆ। ਅਸਲੀ ਆਕਸੀਜਨ, ਅਸਲੀ ਧਨ ਸਵਾਸਾਂ ਦਾ ਮਾਲਕ ਸਾਨੂੰ ਦੇ ਰਿਹਾ, ਤੇ ਇਹਦੇ ਬਦਲੇ ਕੀ ਮੰਗਦਾ? ਕੁਛ ਵੀ ਨਹੀਂ ਮੰਗਦਾ। ਕੁਛ ਮੰਗਦਾ ਉਹ? ਕੁਛ ਨਹੀਂ ਮੰਗਦਾ। ਅਸੀਂ ਇਸ ਧਨ ਨੂੰ ਸੰਭਾਲਦੇ ਹੀ ਨਹੀਂ ਵੀ ਦੁਨੀਆ ਦੇ ਧਨ ਨਾਲੋਂ ਵੀ ਜ਼ਿਆਦਾ ਆਹ ਧਨ ਆ ਜਿਹੜਾ ਸਾਨੂੰ ਦਿੱਤਾ ਜਾ ਰਿਹਾ। ਕਿਉਂਕਿ ਉਹ ਦੁਨੀਆ ਦਾ ਧਨ ਵੀ ਇਕੱਠਾ ਕਰਾਂਗੇ ਤਾਂ ਵੀ ਸਾਨੂੰ ਸਵਾਸ ਦਾ ਇੱਕ ਵੀ ਧਨ ਮੁੱਲ ਨਹੀਂ ਮਿਲ ਸਕਦਾ ਕਿਤਿਓਂ ਵੀ, ਜਿਹੜੇ ਅਸਲੀ ਸਵਾਸ ਨੇ। ਤੇ ਇਹਦਾ ਮਤਲਬ ਅਸੀਂ ਇਹਨਾਂ ਧਨ ਨੂੰ ਅਜਾਈਂ ਗਵਾ ਰਹੇ, ਕੌਡੀਆਂ ਦੇ ਭਾਅ। ਤੇ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਵਿੱਚ ਕਿ ਸੰਸਾਰ ਤੇ ਅਸੀਂ ਆਏ ਸੀ ਮਾਲਕ ਦਾ ਮਿਲਾਪ ਕਰਨ ਵਾਸਤੇ, ਪਰ ਇਹਨਾਂ ਕੀਮਤੀ ਹੀਰੇ ਵਰਗੇ ਸਵਾਸਾਂ ਨੂੰ ਕੌਡੀਆਂ ਦੇ ਭਾਅ ਗਵਾ ਰਹੇ ਆ। ਆਪਣੇ ਕੀਮਤੀ ਜਨਮ ਨੂੰ ਕੌਡੀਆਂ ਦੇ ਭਾਅ ਗਵਾ ਰਹੇ ਆ। ਤੇ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਤਾਈਓ ਕਹਿੰਦੇ ਜਮ ਦਰ ਬਾਧੇ ਮਿਲੇ ਸਜਾਈ। ਤੇ ਕੀ ਕਹਿੰਦੇ ਆ? ਕਹਿੰਦੇ ਤਿਸ ਅਪਰਾਧੀ ਗਤ ਨਹੀਂ ਕਾਈ। ਕਹਿੰਦੇ ਉਸ ਅਪਰਾਧੀ ਦੀ ਕੋਈ ਗਤੀ ਨਹੀਂ, ਉਹ ਮੁਕਤ ਨਹੀਂ ਹੋ ਸਕਦਾ। ਭਾਵੇਂ ਉਹ ਕੁਛ ਵੀ ਕਰ ਲਵੇ, ਜਿੰਨੇ ਮਰਜ਼ੀ ਪਲਾ ਕਰ ਲਵੇ ਕਿ ਵਾਹਿਗੁਰੂ ਮੈਂ ਤੈਨੂੰ ਚੜਾਵੇ ਚੜਾਉਣਾ ਆ, ਮੈਂ ਤੇਰੀ ਸੇਵਾ ਕਰਦਾ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਰੁਮਾਲੇ ਚੜਾਉਣਾ, ਚੀਜ਼ਾਂ ਚੜਾਉਣਾ ਆ, ਤੇਰੀ ਸੇਵਾ ਕਰਦਾ, ਤੈਨੂੰ 2 ਟਾਈਮ 4 ਟਾਈਮ ਮੱਥੇ ਵੀ ਟੇਕਦਾ ਆ। ਤੇ ਮਹਾਰਾਜ ਕਹਿੰਦੇ ਆ ਕਰਨ ਪਲਾਵ ਕਰੇ ਬਿਲ ਲਾਵੈ। ਪਖੰਡ ਵੀ ਕਰਦਾ ਆ ਸਤਿਗੁਰ ਦੇ ਅੱਗੇ। ਕਿਉਂ? ਕਿਉਂਕਿ ਸਤਿਗੁਰ ਕਹਿੰਦੇ ਪਾਪ ਕਰਦਾ ਕੌਣ ਹੈ? ਸਭ ਤੋਂ ਪਹਿਲਾਂ ਇਹ ਸਮਝੋ, ਮਹਾਰਾਜ ਕਹਿੰਦੇ ਗੁਰਬਾਣੀ ਵਿੱਚ ਪਾਪ ਕੌਣ ਕਰਦਾ? ਕਹਿੰਦੇ ਪਾਪ ਮਨ ਕਰਦਾ ਆ। ਤੇ ਸਰੀਰ ਨੂੰ ਸਤਿਗੁਰ ਦੇ ਅੱਗੇ ਲਿਜਾ ਕੇ ਸਰੀਰ ਨੂੰ ਤੀਰਥਾਂ 'ਚ ਨਵਾ ਕੇ ਕਹਿੰਦਾ ਵੀ ਮੇਰੇ ਪਾਪ ਉਤਰ ਗਏ। ਤੇ ਮਨ ਪਾਪ ਕਿਵੇਂ ਕਰਦਾ? ਪੰਜਾਂ ਦੇ ਵਸ ਵਿੱਚ ਆ ਕੇ। ਤੇ ਮਹਾਰਾਜ ਕੀ ਸਮਝਾਉਣਾ ਕਰਦੇ ਗੁਰਬਾਣੀ ਵਿੱਚ? ਮਹਾਰਾਜ ਸਮਝਾਉਣਾ ਕਰਦੇ ਪਾਪ ਕਰੇ ਪੰਚਾਂ ਕੇ ਵਾਸਰੇ, ਤੀਰਥ ਨਹਾਏ ਕਹੀਂ ਸਭ ਉਤਰੇ। ਮਹਾਰਾਜ ਕਹਿੰਦੇ ਪਾਪ ਮਨ ਨੇ ਕੀਤੇ ਪੰਜਾਂ ਦੇ ਵਸ ਵਿੱਚ ਆ ਕੇ, ਤੇ ਸਰੀਰ ਨੂੰ ਤੀਰਥ ਤੇ ਇਸ਼ਨਾਨ ਤੇ ਲਿਜਾ ਕੇ ਕਹਿੰਦਾ ਵੀ ਮੇਰੇ ਪਾਪ ਉਤਰ ਗਏ। ਤਾਂ ਹੀ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪਲਾਵ ਕਰ, ਜਿੰਨੇ ਮਰਜ਼ੀ ਪਖੰਡ ਕਰ, ਪਰ ਤੇਰੇ ਮਨ ਦੇ ਪਾਪ ਕਦੀ ਨਹੀਂ ਉਤਰ ਸਕਦੇ ਜਿੰਨਾ ਚਿਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਗਿਆਨ ਲੈ ਕੇ ਤੂੰ ਅਕਾਲ ਪੁਰਖ ਦਾ ਭੇਤ ਨਹੀਂ ਲੈਂਦਾ। ਪੜ੍ਹੀ ਜਾ ਜਿੰਨਾ ਮਰਜ਼ੀ, ਪੜ੍ਹ ਗੱਡੇ ਲੱਦੀਏ, ਪੜ੍ਹ ਭਰੀਏ ਖਾਦ। ਸਰੀਰ ਦੀ ਗੱਡੀ ਗੁਰਬਾਣੀ ਪੜ੍ਹ ਕੇ ਜਿੰਨੀ ਮਰਜ਼ੀ ਲੱਦੀ ਜਾ, ਜਿੰਨੀ ਮਰਜ਼ੀ ਤੈਨੂੰ ਕਥਾ ਆਉਂਦੀ ਆ ਵੀ ਮੈਨੂੰ ਜ਼ੁਬਾਨੀ ਕਥਾ ਆਉਂਦੀ ਆ, ਮੈਨੂੰ ਜ਼ੁਬਾਨੀ ਗੁਰਬਾਣੀਆਂ ਚੇਤੇ ਨੇ, ਬਾਣੀਆਂ ਚੇਤੇ ਨੇ, ਪਰ ਜੇ ਕਮਾਇਆ ਹੀ ਨਹੀਂ। ਤੇ ਮਹਾਰਾਜ ਕਹਿੰਦੇ ਫਿਰ ਉਹ ਗੱਲ ਹੋਈ ਨਾ ਗੱਡੀ ਲੱਦਣ ਵਾਲੀ। ਤੇ ਮਹਾਰਾਜ ਕਹਿੰਦੇ ਕਰਨ ਪਲਾਵ ਕਰੇ ਬਿਲ ਲਾਵੈ, ਜਿਉ ਕੁੰਡੀ ਮੀਨ ਪਰਾਤਾ ਹੈ। ਮੀਨ ਦਾ ਮਤਲਬ ਮੱਛੀ, ਤੇ ਕੁੰਡੀ ਦਾ ਮਤਲਬ ਜਿਹੜੀ ਆਪਾਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਪਾਉਂਦੇ ਆ। ਮਹਾਰਾਜ ਕਹਿੰਦੇ ਤੜਫਦੀ ਆ ਉਹ ਕੁੰਡੀ ਦੇ ਵਿੱਚ ਪਈ ਹੋਈ। ਇਸੇ ਤਰ੍ਹਾਂ ਜੀਵ ਦਾ ਮਨ ਤੜਫਦਾ ਵੀ ਆ। ਕਦੀ ਰਜੋ ਤਮੋ ਸਤੋ ਗੁਣ 'ਚ ਚਲਾ ਜਾਂਦਾ, ਕਦੀ ਮਾਲਕ ਦੇ ਦਰ ਤੇ ਨਿਮਰਤਾ 'ਚ ਆ ਜਾਂਦਾ, ਕਦੀ ਦੁਨੀਆ ਨਾਲ ਵੈਰ ਵਿਰੋਧ ਕਮਾਉਣ ਲੱਗ ਜਾਂਦਾ। ਭਾਵ ਕਿ ਤੜਫਦਾ ਆ, ਇਹਨੂੰ ਟਿਕਾਓ ਹੀ ਨਹੀਂ ਹੈਗਾ ਮਨ ਨੂੰ। ਮਹਾਰਾਜ ਕਹਿੰਦੇ ਆ ਕਰਨ ਪਲਾਵ ਕਰੇ ਬਿਲ ਲਾਵੈ। ਕਹਿੰਦੇ ਏਦਾਂ ਤੜਫਦਾ ਕਿਵੇਂ? ਕਹਿੰਦੇ ਜਿਉ ਕੁੰਡੀ ਮੀਨ ਪਰਾਤਾ ਹੈ। ਜਿਵੇਂ ਮੱਛੀ ਨੂੰ ਕੁੰਡੀ ਲੱਗੀ ਹੋਵੇ ਨਾ, ਉਹਦੇ ਨੱਕ ਵਿੱਚ ਕੁੰਡੀ ਫਸ ਜਾਂਦੀ ਮੂੰਹ ਦੇ ਵਿੱਚ, ਤੇ ਉਹ ਤੜਫਦੀ ਆ। ਮਾਲਕ ਦੇ ਨਾਮ ਤੋਂ ਬਗੈਰ ਜੀਵ ਦਾ ਮਨ ਏਦਾਂ ਤੜਫਦਾ ਆ। ਸਤਿਗੁਰੂ ਗੁਰਬਾਣੀ 'ਚ ਮਹਾਰਾਜ ਸਮਝਾਉਣਾ ਕਰਦੇ ਆ। ਹੁਣ ਸਤਿਗੁਰੂ ਆਪਾਂ ਨੂੰ ਇਹੀ ਸਮਝਾਉਂਦੇ ਬਾਰ-ਬਾਰ। ਮਹਾਰਾਜ ਕਹਿੰਦੇ ਜਿਹੜਾ ਸਾਖਤ ਜੀਵ ਆ, ਉਸ ਕੱਲੇ ਨੂੰ ਹੀ ਆਪਣੇ ਆਪ ਨੂੰ, ਜੀਵ ਨੂੰ, ਉਹ ਜਮਾਂ ਦੀ, ਉਹ ਕਾਲ ਦੀ ਫਾਂਸੀ ਤੇ ਚੜਾਇਆ ਜਾਂਦਾ ਆ। ਉਹਨੂੰ ਲੈ ਕੇ ਜਾਂਦੇ ਨੇ। ਮਹਾਰਾਜ ਕਹਿੰਦੇ ਸਾਖਤ ਫਾਂਸੀ ਪੜ੍ਹੈ ਅਕੇਲਾ,
ਜਮ ਵਸ ਕੀਆ ਅੰਧ ਦੁਹੇਲਾ। ਅੰਨਿਆ ਅੰਧ, ਅੰਧਾ, ਅੰਨਿਆ ਜਮਾਂ ਦੇ ਵਸ 'ਚ ਪੈ ਗਿਆ ਹੁਣ ਤੂੰ। ਹੁਣ ਇਹ ਜਮਾਂ ਨੇ ਤੈਨੂੰ ਕਿੰਨੇ ਜਨਮ ਬਾਰ-ਬਾਰ ਇੱਥੇ ਸੰਸਾਰ ਦੀ ਮਾਇਆ ਦੀ ਗਰਭ ਵਿੱਚ ਜਨਮ ਦਿਵਾਉਣਾ, ਮਾਤਾ ਦੀ ਗਰਭ 'ਚ ਜਨਮ ਦਿਵਾਉਣਾ, ਉਹ ਤੂੰ ਵੀ ਨਹੀਂ ਜਾਣਦਾ, ਕਿਉਂਕਿ ਜਿਹੜਾ ਕੰਮ ਕਰਨਾ ਸੀ ਉਹ ਤਾਂ ਤੂੰ ਕੀਤਾ ਹੀ ਨਹੀਂ। ਮਹਾਰਾਜ ਕਹਿੰਦੇ ਸਾਕਤ ਫਾਂਸੀ ਪੜ੍ਹੈ ਅਕੇਲਾ, ਜਮ ਵਸ ਕੀਆ ਅੰਧ ਦੁਹੇਲਾ। ਤੇ ਕੀ ਕਹਿੰਦੇ ਦੇਖੋ, ਸਤਿਗੁਰੂ ਹਰ ਇੱਕ ਜਗ੍ਹਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਹੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਆ ਅੱਜ ਨਹੀਂ ਤੇ ਕੱਲ ਕਾਲ ਨੇ ਤੈਨੂੰ ਇੱਥੋਂ ਖੜਨਾ ਹੀ ਖੜਨਾ ਦੁਨੀਆ ਚੋਂ। ਮਤ ਸੋਚ ਕਿ ਅਜੇ ਮੇਰੇ ਵਾਲ ਕਾਲੇ ਆ, ਅਜੇ ਤੇ ਚਿੱਟੇ ਆਉਣੇ, ਮੈਂ ਬੁੱਢੇ ਹੋ ਕੇ ਮਰਨਾ, ਅਜੇ ਤੇ ਮੇਰੀ ਉਮਰ ਹੈ ਬੜੀ। ਉਹ ਕਹਿੰਦੇ ਨਾ। ਮਹਾਰਾਜ ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਸੂਝੈ। ਉਹਦੇ ਨਾਮ ਤੋਂ ਬਿਨਾ ਤੈਨੂੰ ਮੁਕਤੀ ਸੁਝਣੀ ਹੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਗੈਰ ਰਾਮ ਨਾਮ ਬਿਨ ਮੁਕਤ ਨਾ ਸੂਝੈ, ਆਜ ਕਾਲ ਪਚ ਜਾਤਾ ਹੈ। ਕਹਿੰਦੇ ਅੱਜ ਕਿ ਕੱਲ ਉਹ ਤੈਨੂੰ ਜਾਣਾ ਹੀ ਪੈਣਾ, ਚਾਹੇ ਅੱਜ ਜਾਣਾ ਪਵੇ ਤੇ ਚਾਹੇ ਕੱਲ ਜਾਣਾ ਪਵੇ। ਕੱਲ ਦਾ ਮਤਲਬ ਫੇਰ ਆਉਣ ਵਾਲਾ ਕੱਲ, ਫੇਰ ਆਉਣ ਵਾਲਾ ਕੱਲ। ਇੱਕ ਦਿਨ ਤਾਂ ਤੈਨੂੰ ਦੁਨੀਆ ਤੋਂ ਜਾਣਾ ਹੀ ਪਊਗਾ। ਤੇ ਫਿਰ ਤੂੰ ਇੱਥੋਂ ਕਰਕੇ ਕੀ ਜਾਣਾ? ਨਾਮ ਦੀ ਕਮਾਈ ਕਰਕੇ ਜਾਣਾ, ਨਾਮ ਦਾ ਧਨ ਇਕੱਠਾ ਕਰਕੇ ਲੈ ਕੇ ਜਾਣਾ, ਕਿ ਦੁਨੀਆ ਦੇ ਨਾਲ ਮਾਇਆ ਨਾਲ ਮੋਹ ਪਾ ਕੇ ਆਪਣਾ ਜੀਵਨ ਇੱਥੋਂ ਖਤਮ ਕਰਕੇ ਜਾਣਾ। ਮਹਾਰਾਜ ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਸੂਝੈ, ਆਜ ਕਾਲ ਪਚ ਜਾਤਾ ਹੈ। ਹੁਣ ਸਤਿਗੁਰੂ ਗੁਰਬਾਣੀ 'ਚ ਇਹਦੇ ਨਾਲੋਂ ਵੱਧ ਸਾਨੂੰ ਕਿੰਨੇ ਕੁ ਪਿਆਰ ਨਾਲ ਸਮਝਾਉਣ। ਮਹਾਰਾਜ ਕਹਿੰਦੇ ਆ ਐ ਗੁਰਮੁਖ ਜਨੋ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਸਾਥੀ ਸਤਿਗੁਰ ਤੋਂ ਬਗੈਰ ਕੋਈ ਨਹੀਂ ਜੇ ਦੁਨੀਆ ਦੇ ਵਿੱਚ। ਮਹਾਰਾਜ ਕਹਿੰਦੇ ਸਤਿਗੁਰ ਬਾਜ ਨਾ ਬੇਲੀ ਕੋਈ। ਹੁਣ ਕਿਵੇਂ ਉਹ ਪ੍ਰਮਾਤਮਾ ਬੇਲੀ ਆ? ਇੱਥੇ ਥੋੜਾ ਜਿਹਾ ਧਿਆਨ ਨਾਲ ਸਾਰਿਆਂ ਨੇ ਇਸ ਗੱਲ ਨੂੰ ਸਮਝਣਾ, ਬਹੁਤ ਚੰਗੇ ਤਰੀਕੇ ਨਾਲ ਆਪਾਂ ਨੂੰ ਸਮਝ ਲੱਗੇਗੀ ਗੁਰਬਾਣੀ ਦੀ। ਵੀ ਦੁਨੀਆ ਵਿੱਚ ਤੇ ਮੇਰੇ ਦੋਸਤ ਹੈਗੇ ਆ, ਉਹ ਕਿਉਂ ਨਹੀਂ ਬੇਲੀ? ਮੈਂ ਤੇ ਉਹਨਾਂ ਨੂੰ ਵੀ ਆਪਣਾ ਬੇਲੀ ਕਹਿੰਦਾ। ਮੈਂ ਆਪਣੀ ਮਾਂ ਨੂੰ ਵੀ ਮੇਰੀ ਬੇਲੀ ਕਹਿੰਦਾ ਕਿ ਮੇਰੀ ਮਾਂ ਆ, ਮੇਰੇ ਨਾਲ ਰਹਿੰਦੀ ਆ। ਮੈਂ ਆਪਣੇ ਪਿਓ ਨੂੰ ਵੀ ਆਪਣਾ ਬੇਲੀ ਕਹਿੰਦਾ, ਪਤੀ ਪਤਨੀ ਨੂੰ, ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਆਪਣੇ ਬੇਲੀ ਕਹਿੰਦਾ। ਇਹ ਕਿਉਂ ਨਹੀਂ ਮੇਰੇ ਬੇਲੀ? ਮਹਾਰਾਜ ਤਾਂ ਗੁਰਬਾਣੀ 'ਚ ਕਹਿੰਦੇ ਕਿ ਸਤਿਗੁਰ ਬਾਜ ਨਾ ਬੇਲੀ ਕੋਈ। ਫਿਰ ਅਗਲੇ ਪਾਵਨ ਬਚਨਾਂ ਵਿੱਚ ਮਹਾਰਾਜ ਨੇ ਸਮਝਾਇਆ, ਕਹਿੰਦੇ ਇਹ ਬੇਲੀ ਤੈਨੂੰ ਇੱਥੇ ਕਿਸੇ ਨਾ ਕਿਸੇ ਕੰਮ ਤੋਂ ਜ਼ਰੂਰ ਛਡਾ ਸਕਦੇ, ਤੇਰੀ ਮਦਦ ਕਰ ਸਕਦੇ ਆ, ਪਰ ਉੱਥੇ ਕੋਈ ਵੀ ਬੇਲੀ ਤੈਨੂੰ ਛਡਾ ਨਹੀਂ ਸਕਦਾ ਉਸ ਪਰਮਾਤਮਾ ਤੋਂ ਬਗੈਰ। ਤੇ ਤੂੰ ਬੇਲੀ ਉਹਨੂੰ ਬਣਾ ਜਿਹੜਾ ਬੇਲੀ ਤੇਰੀ ਇੱਥੇ ਵੀ ਰੱਖਿਆ ਕਰੇ, ਤੇ ਜਦੋਂ ਤੂੰ ਸਰੀਰ ਛੱਡ ਕੇ ਬਾਹਰ ਨਿਕਲਣਾ ਤੇਰੀ ਉੱਥੇ ਵੀ ਰੱਖਿਆ ਕਰੇ। ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਮਹਾਰਾਜ ਸਮਝਾਉਣਾ ਕਰਦੇ ਆ, ਸਤਿਗੁਰ ਬਾਜ ਨਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ। ਕਹਿੰਦੇ ਉਹ ਕੇਵਲ ਮਾਲਕ ਪ੍ਰਭੂ ਵਾਹਿਗੁਰੂ ਹੀ ਇਦਾਂ ਦਾ ਤੇਰਾ ਸਾਥੀ ਆ, ਤੇਰਾ ਮਿੱਤਰ ਆ, ਤੇਰਾ ਦੋਸਤ ਆ, ਜਿਹੜਾ ਤੈਨੂੰ ਇੱਥੇ ਵੀ ਛਡਾਊਗਾ ਕਿੰਨਾ ਤੋਂ? ਕਾਮ ਕਰੋਧ ਮੋਹ ਹੰਕਾਰ ਤੋਂ, ਪੰਜਾਂ ਤੋਂ, ਤੇ ਉੱਥੇ ਵੀ ਛਡਾਊਗਾ ਜਮਾਂ ਦੀ ਮਾਰ ਤੋਂ। ਮਹਾਰਾਜ ਕਹਿੰਦੇ ਆ ਸਤਿਗੁਰ ਬਾਜ ਨਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ। ਹੁਣ ਮਹਾਰਾਜ ਕਹਿੰਦੇ ਆ ਵੀ ਉਹ ਫਿਰ ਜਦੋਂ ਕਿਰਪਾ ਕਰਦਾ ਵਾ ਜੀਵ ਨੂੰ ਕਿਹੜੀ ਚੀਜ਼ ਦਿੰਦਾ ਆ? ਜਿਹੜਾ ਬੇਲੀ ਆ, ਜਿਹੜੇ ਦੁਨੀਆ ਦੇ ਬੇਲੀ ਆ ਉਹ ਸਾਨੂੰ ਪੈਸਾ ਦੇ ਦੇਣਗੇ, ਪਰ ਪੈਸਾ ਜਿੰਨਾ ਚਿਰ ਸਰੀਰ ਆ ਕੰਮ ਆਊਗਾ, ਉਸ ਤੋਂ ਬਾਅਦ 'ਚ ਕੰਮ ਨਹੀਂ ਆਉਣਾ। ਭੋਜਨ ਦੇ ਦੇਣਗੇ, ਕੱਪੜਾ ਦੇ ਦੇਣਗੇ, ਆਪਣੇ ਨਾਲ ਬੈਠਣ ਉੱਠਣ ਦੀ ਇੱਜ਼ਤ ਦੇ ਦੇਣਗੇ, ਪਰ ਮਹਾਰਾਜ ਕਹਿੰਦੇ ਉਹ ਤੁਹਾਨੂੰ ਨਾਮ ਤਾਂ ਨਹੀਂ ਦੇ ਸਕਦੇ, ਜਿਸ ਨਾਮ ਨੇ ਤੁਹਾਨੂੰ ਮੁਕਤ ਕਰਨਾ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਤਾਂ ਇਹੋ ਜਿਹਾ ਬੇਲੀ ਆ ਕਿ ਰਾਮ ਨਾਮ ਦੇਵੈ ਕਰ ਕਿਰਪਾ। ਹੁਣ ਪਹਿਲੋਂ ਪੜ੍ਹੀਏ ਬਚਨ ਕਿ ਸਤਿਗੁਰ ਬਾਜ ਨਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ। ਤੇ ਉਹ ਬੇਲੀ ਸਾਨੂੰ ਕੀ ਦਿੰਦਾ ਆ? ਮਹਾਰਾਜ ਕਹਿੰਦੇ ਰਾਮ ਨਾਮ ਦੇਵੈ ਕਰ ਕਿਰਪਾ। ਕਹਿੰਦੇ ਉਹ ਆਪਣੀ ਕਿਰਪਾ ਕਰਕੇ ਜਿਸ ਚੀਜ਼ ਨੂੰ ਜੀਵ ਤਰਸਦੇ ਨੇ ਕਿ ਮੈਨੂੰ ਨਾਮ ਮਿਲੇ, ਉਹ ਕਿਰਪਾ ਕਰਕੇ ਉਹ ਨਾਮ ਦਿੰਦਾ ਤੈਨੂੰ ਆਪਣਾ ਮਿੱਤਰ ਬਣਾ ਕੇ। ਜਦੋਂ ਤੂੰ ਉਹਨੂੰ ਮਿੱਤਰ ਬਣਾਏਗਾ, ਜਦੋਂ ਤੂੰ ਉਹਨੂੰ ਦੋਸਤ ਬਣਾਏਗਾ, ਇਉਂ ਸਲਲੈ ਸਲਲ ਮਿਲਾਤਾ ਹੀ। ਹੁਣ ਮਹਾਰਾਜ ਨੂੰ ਆਪਾਂ ਕਹੀਏ ਕਿ ਵਾਹਿਗੁਰੂ ਆਪਾਂ ਭੁੱਲ ਚੁੱਕੇ ਹਾਂ ਕਿ ਅਸੀਂ ਨਾਮ ਨੂੰ ਕਿਵੇਂ ਪ੍ਰਾਪਤ ਕਰਨਾ ਆ। ਅਸੀਂ ਭੁੱਲ ਚੁੱਕੇ ਹਾਂ ਕਿ ਅਕਾਲ ਪੁਰਖ ਦੀ ਬੰਦਗੀ ਕਿਵੇਂ ਕਰਨੀ, ਉਹਦਾ ਮਿਲਾਪ ਕਿਵੇਂ ਕਰਨਾ।
ਤੇ ਮਹਾਰਾਜ ਕਹਿੰਦੇ ਜਿਹੜੇ ਤੁਸੀਂ ਭੁੱਲ ਚੁੱਕੇ ਹੋ ਸਿੱਖ ਦਾ ਮਤਲਬ ਇਹ ਨਹੀਂ ਕਿਸੇ ਧਰਮ ਦੀ ਗੱਲ, ਸਿੱਖ ਦਾ ਮਤਲਬ ਜਿਹੜੇ ਸਿੱਖਣਾ ਚਾਹੁੰਦੇ ਆ। ਮਹਾਰਾਜ ਕਹਿੰਦੇ ਆ ਭੁੱਲੇ ਸਿੱਖ ਗੁਰੂ ਸਮਝਾਏ। ਜਿਹੜੇ ਤੁਸੀਂ ਭੁੱਲ ਚੁੱਕੇ ਹੋ ਉਹ ਕੌਣ ਸਮਝਾਊਗਾ? ਗੁਰੂ ਸਮਝਾ ਰਿਹਾ ਗੁਰਬਾਣੀ ਦੁਆਰਾ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਦੇ ਮਾਰਗ ਪਾਏ। ਤੇ ਮਹਾਰਾਜ ਕੀ ਕਹਿੰਦੇ ਗੁਰਬਾਣੀ ਚ? ਕਹਿੰਦੇ ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਭੰਜਨ ਸੰਗ ਸਖਾਤਾ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦਿਨ ਤੇ ਰਾਤ ਉਹਦਾ ਨਾਮ ਜਪ। ਤਿਸ ਗੁਰ ਸੇਵ ਦਾ ਮਤਲਬ ਉਹਦੀ ਸੇਵਾ ਕਰਨੀ, ਉਹਦਾ ਸਿਮਰਨ ਕਰਨਾ। ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਭੰਜਨ, ਦੁੱਖ ਖੰਡਨ ਕਰਨ ਵਾਲਾ, ਦੁੱਖ ਭੰਜਨ ਦਾ ਨਾਮ ਆ। ਤੇ ਆਪਾਂ ਕੱਲ ਸਤਿਗੁਰਾਂ ਦੇ ਪਾਵਨ ਬਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੜ੍ਹੇ ਸੀ ਨਾ ਕਿ ਸਾਨੂੰ ਸਭ ਤੋਂ ਵੱਡਾ ਦੁੱਖ ਕਿਹੜਾ ਲੱਗਾ ਆ? ਸਭ ਤੋਂ ਵੱਡਾ ਦੁੱਖ ਲੱਗਾ ਦੁਨੀਆ 'ਚ ਆਉਣ ਤੇ ਜਾਣ ਦਾ, ਜੰਮਣ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਆ। ਤੇ ਮਹਾਰਾਜ ਕਹਿੰਦੇ ਜਦੋਂ ਉਹ ਤੁਹਾਡਾ ਮਿੱਤਰ ਬਣ ਗਿਆ, ਜਦੋਂ ਤੁਸੀਂ ਆਪਣੇ ਮਨ ਨੂੰ ਅਕਾਲ ਪੁਰਖ ਦਾ ਮਿੱਤਰ ਬਣਾ ਲਿਆ, ਉਹਨੇ ਤੁਹਾਡਾ ਇਹ ਵੀ ਦੁੱਖ ਖਤਮ ਕਰ ਦੇਣਾ, ਮੇਟ ਦੇਣਾ ਉਹਨੇ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਭੰਜਨ ਸੰਗ ਸਖਾਤਾ ਹੀ। ਕਹਿੰਦੇ ਉਹ ਤੇਰਾ ਸੰਗੀ ਬਣ ਜਾਊਗਾ, ਤੇਰਾ ਸਖਾ ਬਣ ਜਾਊਗਾ ਤੇ ਤੇਰੇ ਸਾਰੇ ਦੁੱਖ ਹੀ ਖਤਮ ਕਰ ਦੂਗਾ। ਸਭ ਤੋਂ ਵੱਡਾ ਦੁੱਖ ਖਤਮ ਕਰ ਦੂ ਜਿਹੜਾ ਤੈਨੂੰ ਜੰਮਣ ਤੇ ਮਰਨ ਦਾ ਲੱਗਾ ਹੋਇਆ, ਬਾਰ-ਬਾਰ ਸੰਸਾਰ 'ਚ ਆਉਣ ਦਾ ਲੱਗਾ ਹੋਇਆ। ਹੁਣ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ, ਹੁਣ ਮਹਾਰਾਜ ਕਹਿੰਦੇ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਬ੍ਰਹਮੈ ਇੰਦਰ ਮਹੇਸ਼ ਨਾ ਜਾਣੀ। ਮਹਾਰਾਜ ਕਹਿੰਦੇ ਗੁਰੂ ਦੀ ਭਗਤੀ, ਉਸ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਿਵੇਂ ਕਰਨੀ ਆ, ਗੁਰੂ ਦੇ ਸੰਗ ਕਿਵੇਂ ਰਹਿਣਾ ਵਾ, ਇਹ ਤੁਹਾਨੂੰ ਗੁਰਮੁਖ ਦੁਆਰਾ ਗਿਆਨ ਪ੍ਰਾਪਤ ਹੋਏਗਾ। ਕਿਉਂਕਿ ਬ੍ਰਹਮਾ ਵਿਸ਼ਨ ਮਹੇਸ਼ ਵੀ ਨਹੀਂ ਜਾਣ ਸਕੇ ਇਹ ਭੇਤ ਜਿਹੜਾ ਸੰਸਾਰ 'ਚ ਆ ਕੇ। ਤਾਈਓ ਤੇ ਉਹ ਦੇਵਲੋਕ ਵਿੱਚ ਚਲੇ ਗਏ, ਮੁਕਤ ਨਹੀਂ ਹੋਏ। ਕਿਉਂਕਿ ਮੁਕਤ ਦੁਆਰਾ ਅਲੱਗ ਆ, ਦੇਵ ਮਾਰਗ ਦੇਵਲੋਕ ਅਲੱਗ ਆ। ਤੇ ਸਤਿਗੁਰ ਕੀ ਸਮਝਾਉਂਦੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਸਤਿਗੁਰ ਅਲਖ ਕਹੋ ਕਿਉ ਲਖੀਐ, ਜਿਸ ਬਖਸ਼ੇ ਤਿਸੇ ਪਛਾਤਾ ਹੀ। ਮਹਾਰਾਜ ਕਹਿੰਦੇ ਆ ਉਸ ਗੁਰਮੁਖ, ਉਸ ਜੀਵ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪਹਿਚਾਨ ਆਉਂਦੀ ਆ, ਜਿਹਨੂੰ ਆਪਣੀ ਉਹ ਬਖਸ਼ਿਸ਼ ਕਰਕੇ ਆਪਣੇ ਆਪ ਦਾ ਭੇਤ ਦੇ ਦਿੰਦਾ ਆ। ਮਹਾਰਾਜ ਕਹਿੰਦੇ ਸਤਿਗੁਰ ਅਲਖ ਕਹੋ ਕਿਉ ਲਖੀਐ, ਜਿਸ ਬਖਸ਼ੇ ਤਿਸੇ ਪਛਾਤਾ ਹੈ। ਹੁਣ ਸਤਿਗੁਰ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਜਦੋਂ ਤੇਰੇ ਅੰਦਰ ਪ੍ਰੇਮ ਪੈ ਗਿਆ, ਇਹ ਨਹੀਂ ਆ ਕਿ ਮੁਖੋਂ ਹਰ ਹਰ ਸਭ ਕੋ ਕਹਿ, ਬਿਰਲੋ ਹਿਰਦੇ ਵਸਾਵੇ। ਇਹ ਨਹੀਂ ਵੀ ਮੂੰਹ ਚੋਂ ਕਹੀ ਜਾਣਾ ਪਰ ਹਿਰਦੇ ਦੇ ਅੰਦਰ ਪ੍ਰੇਮ ਨਹੀਂ ਪਾਉਣਾ। ਹੁਣ ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਨਾ, ਤੇ ਗੁਰਮੁਖਾਂ ਨੇ ਜੋ ਭੇਤ ਸਮਝਾਇਆ ਗੁਰਬਾਣੀ ਦੁਆਰਾ ਕਿ ਸਤਿਗੁਰ ਕੀ ਕਹਿੰਦੇ ਆ? ਕਹਿੰਦੇ ਆ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਕਿ ਤੇਰੇ ਅੰਦਰ ਜਦੋਂ ਪਰਮਾਤਮਾ ਦੇ ਨਾਲ ਪ੍ਰੇਮ ਪੈ ਗਿਆ ਨਾ, ਅਕਾਲ ਪੁਰਖ ਦੇ ਨਾਲ, ਤੇ ਤੈਨੂੰ ਉਹਦੇ ਦਰਸ਼ਨ ਵੀ ਹੋ ਜਾਣਗੇ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਤੇ ਮਹਾਰਾਜ ਕਹਿੰਦੇ ਉਹ ਕਿਵੇਂ ਹੋਣਗੇ? ਮਹਾਰਾਜ ਕਹਿੰਦੇ ਗੁਰਬਾਣੀ ਸਿਓ ਪ੍ਰੀਤ ਸੋ ਪਰਸਨ। ਕਹਿੰਦੇ ਜਦੋਂ ਗੁਰੂ ਦੀ ਆਵਾਜ਼ ਨੂੰ, ਗੁਰੂ ਦੀ ਬਾਣੀ ਨੂੰ ਤੂੰ ਸੁਣੇਗਾ, ਗੁਰਬਾਣੀ ਸਿਓ ਪ੍ਰੀਤ ਸੋ ਪਰਸਨ। ਜਦੋਂ ਤੇਰਾ ਪ੍ਰੇਮ ਗੁਰੂ ਦੀ ਆਵਾਜ਼, ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਨਾਲ ਪੈ ਗਿਆ, ਉਸ ਸ਼ਬਦ ਨੇ ਪ੍ਰੇਮ ਤੇਰਾ ਅੰਦਰ ਦੇ ਨਾਲ ਪਵਾ ਦੇਣਾ ਤੇ ਫਿਰ ਉਸ ਅਕਾਲ ਪੁਰਖ ਮਾਲਕ ਦੀ ਕਿਰਪਾ ਹੋ ਜਾਣੀ। ਤਾਂ ਹੀ ਮਹਾਰਾਜ ਕਹਿੰਦੇ ਆ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸੋ ਪ੍ਰੀਤ ਸੋ ਪਰਸਨ। ਤੇ ਮਹਾਰਾਜ ਕਹਿੰਦੇ ਅਹਨਸ ਨਿਰਮਲ ਜੋਤ ਸਬਾਈ, ਘਟ ਘਟ ਦੀਪਕ ਗੁਰਮੁਖ ਜਾਤਾ ਹੀ। ਹੁਣ ਮਹਾਰਾਜ ਕਹਿੰਦੇ ਹਰ ਇੱਕ ਦੇ ਅੰਦਰ ਉਹਦੀ ਜੋਤ ਟਿੱਕੀ ਹੋਈ, ਸਰੀਰਾਂ ਦੇ ਅੰਦਰ ਅਹਨਸ ਨਿਰਮਲ। ਪਰ ਉਹ ਜੋਤ ਆਪ ਨਿਰਮਲ ਆ ਤੇ ਮਨ ਤੁਹਾਡਾ ਜਿਹੜਾ ਮੈਲ ਦਾ ਭਰਿਆ ਹੋਇਆ। ਜਿੰਨਾ ਚਿਰ ਮਨ ਦੀ ਮੈਲ ਸਿਮਰਨ ਕਰਕੇ ਉਤਰਦੀ ਨਹੀਂ, ਓਨਾ ਚਿਰ ਅੰਦਰ ਉਹ ਜੋਤ ਦਾ ਚਾਨਣ ਵੀ ਨਹੀਂ ਹੋ ਸਕਦਾ, ਉਹ ਜੋਤ ਜਗ ਨਹੀਂ ਸਕਦੀ। ਤਾਈਓ ਮਹਾਰਾਜ ਕਹਿੰਦੇ ਅਹਨਸ ਨਿਰਮਲ ਜੋਤ ਸਬਾਈ, ਘਟ ਦੀਪਕ ਗੁਰਮੁਖ ਜਾਤਾ ਹੈ। ਹੁਣ ਸੰਸਾਰ ਦੇ ਵਿੱਚ ਬਹੁਤ ਜੀਵ ਪੁੱਛਦੇ ਵੀ ਆਹ ਚੀਜ਼ ਖਾਣੀ ਚਾਹੀਦੀ ਜਾਂ ਆਹ ਚੀਜ਼ ਸਾਨੂੰ ਨਹੀਂ ਖਾਣੀ ਚਾਹੀਦੀ। ਤੇ ਮਹਾਰਾਜ ਕੀ ਕਹਿੰਦੇ ਆ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਸਭ ਤੋਂ ਵਧੀਆ ਭੋਜਨ ਪਤਾ ਕਿਹੜਾ ਹੈ? ਸਭ ਤੋਂ ਜ਼ਿਆਦਾ ਵਧੀਆ ਭੋਜਨ ਜਦੋਂ ਗੁਰਬਾਣੀ ਦਾ ਗਿਆਨ ਕਮਾਉਣਾ ਸ਼ੁਰੂ ਕਰ ਲੈਂਦੇ ਹੋ,
ਜਦੋਂ ਉਹ ਅੰਦਰਲੇ ਸ਼ਬਦ ਦਾ ਗਿਆਨ ਕਮਾਉਣਾ ਸ਼ੁਰੂ ਕਰ ਲੈਂਦੇ ਤੇ ਤੁਹਾਨੂੰ ਅੰਦਰੋਂ ਮਿਠਾਸ ਦਾ ਰਸ ਪਰਮਾਤਮਾ ਦਿੰਦਾ। ਇਹ ਤੁਹਾਡਾ ਅਸਲੀ ਭੋਜਨ ਆ। ਮਹਾਰਾਜ ਕਹਿੰਦੇ ਆ ਭੋਜਨ ਗਿਆਨ ਮਹਾ ਰਸ ਮੀਠਾ। ਉਸ ਅਕਾਲ ਪੁਰਖ ਦੇ ਸ਼ਬਦ ਦੇ ਗਿਆਨ ਦਾ ਭੋਜਨ ਸਭ ਤੋਂ ਜ਼ਿਆਦਾ ਮਿੱਠਾ ਆ, ਕਿਉਂਕਿ ਆਨੰਦ ਆਉਂਦਾ ਉਸ ਭੋਜਨ ਦੇ ਵਿੱਚ। ਭੋਜਨ ਗਿਆਨ ਮਹਾਰਸ ਮੀਠਾ। ਮਹਾਰਾਜ ਕਹਿੰਦੇ ਜਿੰਨੇ ਚੱਖ ਲਿਆ ਉਹ ਸਵਾਦ, ਤੇ ਉਹਨੂੰ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਆ ਵੀ ਉਹਨੇ ਹੀ ਉਸ ਅਕਾਲ ਪੁਰਖ ਦੇ ਸਮਝ ਲਓ ਦਰਸ਼ਨ ਕਰ ਲਏ। ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਜਿਨੇ ਉਹ ਚੱਖ ਲਿਆ ਸ਼ਬਦ ਦਾ ਭੋਜਨ, ਨਾਮ ਦਾ ਭੋਜਨ, ਮਿੱਠਾ ਭੋਜਨ ਜਿਨੇ ਅੰਦਰੋਂ ਛਕ ਲਿਆ ਨਾ, ਤੇ ਮਹਾਰਾਜ ਕਹਿੰਦੇ ਆ ਭੋਜਨ ਗਿਆਨ ਮਹਾਰਸ ਮੀਠਾ। ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਦਰਸ਼ਨ ਦੇਖ ਮਿਲੈ ਬੈਰਾਗੀ। ਮਨ ਮਨਸਾ ਮਾਰ ਸਮਾਤਾ ਹੈ। ਮਨ ਮਨਸਾ ਮਾਰ, ਸਭ ਤੋਂ ਪਹਿਲੋਂ ਇਹ ਕਮਾਉਣਾ ਪਊਗਾ ਸਾਨੂੰ ਕਿ ਮਨ ਦੀਆਂ ਆਸਾਂ ਤੇ ਮਨਸਾਂ ਮਾਰਨੀਆਂ ਪੈਣਗੀਆਂ, ਤੇ ਮਨ ਦੀ ਓਟ ਪਰਮਾਤਮਾ ਅਕਾਲ ਪੁਰਖ ਦੇ ਉੱਤੇ ਸਾਨੂੰ ਰੱਖਣੀ ਪਊਗੀ, ਅਕਾਲ ਪੁਰਖ ਵਾਹਿਗੁਰੂ ਦੇ ਉੱਪਰ। ਹੁਣ ਮਨ ਦੀਆਂ ਆਸਾਂ ਕਿਹੜੀਆਂ ਨੇ? ਸਾਡੇ ਮਨ ਦੀ ਆਸ ਹੋਣੀ ਚਾਹੀਦੀ ਸੀ ਨਿਰੰਕਾਰ ਦੇ ਮਿਲਾਪ ਦੀ, ਨਾਮ ਦੀ, ਸ਼ਬਦ ਦੀ, ਪਰ ਸਾਡੇ ਮਨ ਦੇ ਅੰਦਰ ਸੰਸਾਰ ਦੀਆਂ ਚੀਜ਼ਾਂ ਦੀਆਂ ਆਸਾਂ ਮਨਸਾਂ ਰੱਖੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਪਹਿਲੋਂ ਤੈਨੂੰ ਇਹ ਮਾਰਨੀਆਂ ਪੈਣਗੀਆਂ। ਹੁਣ ਕਈ ਜੀਵਾਂ ਦਾ ਸਵਾਲ ਇਹ ਮਨ ਵਿੱਚ ਪੈਦਾ ਹੁੰਦਾ ਹੋਏਗਾ ਕਿ ਜੇ ਆਸਾਂ ਨਹੀਂ ਰੱਖਣੀਆਂ, ਪਰਮਾਤਮਾ ਕੋਲ ਲੈਣਾ ਨਹੀਂ, ਮੰਗਣਾ ਨਹੀਂ, ਤੇ ਫਿਰ ਮਿਲੂਗਾ ਕਿਵੇਂ? ਹੁਣ ਉਹ ਤਾਂ ਸਤਿਗੁਰੂ ਗੁਰਬਾਣੀ 'ਚ ਕਹਿ ਰਿਹਾ। ਮਹਾਰਾਜ ਕਹਿੰਦੇ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਦੇ ਮੁਤਾਬਕ ਤੈਨੂੰ ਦੁਨੀਆ 'ਚ ਹਰ ਇੱਕ ਮਿਲੂਗਾ। ਹੁਣ ਦੁਨੀਆ ਦੇ ਸਾਰੇ ਜੀਵ ਹੀ ਮਾਲਕ ਤੇ ਆਸ ਤੇ ਨਹੀਂ ਰੱਖਦੇ ਨਾ, ਉਹ ਤੇ ਉਹਨੂੰ ਧਿਆਉਂਦੇ ਵੀ ਨਹੀਂ, ਉਹ ਤੇ ਉਹਨੂੰ ਜਾਣਦੇ ਵੀ ਨਹੀਂ ਬਹੁਤੇ ਜੀਵ ਕਿ ਕੋਈ ਪਰਮਾਤਮਾ ਵੀ ਹੈ, ਕੋਈ ਨਿਰੰਕਾਰ ਵਾਹਿਗੁਰੂ ਵੀ ਹੈ, ਤੇ ਉਹਨਾਂ ਨੂੰ ਵੀ ਦੇਖੋ ਭੋਜਨ ਦੇਈ ਜਾਂਦਾ, ਸਾਰੀਆਂ ਚੀਜ਼ਾਂ ਦੇਈ ਜਾਂਦਾ। ਇੱਕ ਸਮਝਣ ਦੀ ਗੱਲ ਆ, ਆਪਣੇ ਮਨ ਨੂੰ ਸਮਝਾਉਣ ਦੀ ਗੱਲ ਆ। ਮਹਾਰਾਜ ਕਹਿੰਦੇ ਜੇ ਆਸ ਰੱਖਣੀ ਆ ਪਰਮਾਤਮਾ ਦੇ ਉੱਪਰ, ਤੇ ਆਸ ਆਪਣੇ ਮਨ ਦੇ ਅੰਦਰ ਰੱਖੋ, ਉਹਦੇ ਮਿਲਾਪ ਦੀ ਤੜਫ ਵਿਰਾਗ ਆਪਣੇ ਅੰਦਰ ਪੈਦਾ ਕਰੋ, ਤੇ ਮਨ ਦੇ ਅੰਦਰੋਂ ਸੰਸਾਰ ਦੀਆਂ ਆਸਾਂ ਮਨਸਾਂ ਮਾਰ ਦਿਓ, ਕਿਉਂਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਉਹ ਆਪੇ ਸਾਰਾ ਕੁਝ ਜਾਣਦਾ, ਉਹਨੇ ਤੁਹਾਨੂੰ ਦੇਈ ਜਾਣਾ। ਹੁਣ ਜਿਵੇਂ ਆਪਾਂ ਚਿੰਤਾ ਕਰਦੇ ਹਾਂ ਦੁਨੀਆ ਸੰਸਾਰ ਦੇ ਵਿੱਚ, ਮਹਾਰਾਜ ਕਹਿੰਦੇ ਤੁਸੀਂ ਕਿਉਂ ਚਿੰਤਾ ਕਰਦੇ ਹੋ? ਤੇ ਸਾਨੂੰ ਜਿਹੜੇ ਪਾਣੀ ਦੇ ਵਿੱਚ ਵਸਦੇ ਹੋਏ ਜੀਵ ਆ ਉਹਨਾਂ ਦੀ ਉਦਾਹਰਨ ਦੇ ਕੇ ਸਮਝਾ ਰਹੇ ਆ। ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ। ਜੇ ਵਾਹਿਗੁਰੂ ਅਸੀਂ ਚਿੰਤਾ ਨਾ ਕਰੀਏ ਫਿਰ ਕੌਣ ਕਰੂਗਾ ਸਾਡੀ ਚਿੰਤਾ? ਮਹਾਰਾਜ ਕਹਿੰਦੇ ਚਿੰਤਾ ਤਿਸ ਹੀ ਹੈ। ਕਹਿੰਦੇ ਤੁਹਾਡੀ ਚਿੰਤਾ ਉਹਨੂੰ ਆ ਜਿਹਨੇ ਦੁਨੀਆ 'ਚ ਭੇਜਿਆ, ਉਹਨੂੰ ਫਿਕਰਿਆ ਤੁਹਾਡਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜੀ ਦੇ। ਕਹਿੰਦੇ ਉਹਨੇ ਤੇ ਜਿਹੜੇ ਪਾਣੀ ਵਿੱਚ ਜੀਵ ਪੈਦਾ ਕੀਤੇ ਨਾ, ਉਹ ਤੇ ਉਹਨਾਂ ਨੂੰ ਵੀ ਰੋਜੀ ਦਿੰਦਾ ਆ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਨਾ ਤੇ ਉੱਥੇ ਕੋਈ ਹੱਟੀ ਦੁਕਾਨ ਆ, ਤੇ ਨਾ ਹੀ ਕੋਈ ਕਿਰਤ ਕਰਦਾ ਉੱਥੇ। ਸੌਦਾ ਮੂਲ ਨਾ ਕੀਚੇ ਨਾ ਕੋ ਲੈ ਨਾ ਦੇ। ਨਾ ਕੋਈ ਕਿਸੇ ਨਾਲ ਲੈਣ ਦੇਣ ਕਰਦਾ ਵੀ ਮੇਰੇ ਕੋ ਆਹ ਚੀਜ਼ ਲੈਣਾ ਤੇ ਉਹਦੇ ਬਦਲੇ ਆਹ ਦੇ ਦੇ। ਤੇ ਫਿਰ ਉੱਥੇ ਇੱਕ ਵਿਧੀ ਬਣਾਈ ਆ ਉਹਨਾਂ ਦੇ ਭੋਜਨ ਦੀ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਹੁਣ ਮਹਾਰਾਜ ਕਹਿੰਦੇ ਤੁਸੀਂ ਚਿੰਤਾ ਕਰੋ, ਇਹ ਨਹੀਂ ਵੀ ਨਹੀਂ ਕਰੋ, ਪਰ ਚਿੰਤਾ ਕਿਹੜੀ ਕਰਨੀ ਆ? ਮਹਾਰਾਜ ਕਹਿੰਦੇ ਆ ਚਿੰਤਾ ਉਹ ਕਰੋ ਜਿਹੜੀ ਅੰਤ ਸਮੇਂ ਤੁਹਾਡੇ ਨਾਲ ਅਣਹੋਣੀ ਵਾਪਰਨੀ ਆ, ਉਹਦੀ ਚਿੰਤਾ ਕਰੋ। ਮਹਾਰਾਜ ਕਹਿੰਦੇ ਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਹਿੰਦੇ ਉਹ ਚਿੰਤਾ ਕਰੋ ਜਿਹੜੀ ਅਣਹੋਣੀ ਤੁਹਾਡੇ ਨਾਲ ਵਾਪਰਨੀ ਆ। ਦੁਨੀਆ ਦੀ ਕਿਰਤ ਕਰੋ, ਪਰ ਚਿੰਤਾ ਆਸਾ ਦਾ ਮਤਲਬ ਇਹ ਹੋ ਜਾਂਦਾ ਕਿ ਲੋੜ ਤੋਂ ਵੱਧ ਆਪਾਂ ਲਾਲਚ ਵਿੱਚ ਆ ਕੇ ਬਹੁਤ ਸਾਰਾ ਧਨ ਇਕੱਠਾ ਕਰਨ ਦੀ, ਦੁਨੀਆ ਦੀਆਂ ਚੀਜ਼ਾਂ ਪ੍ਰਾਪਤ ਕਰਨ ਦੀ, ਤੇ ਮਾਲਕ ਨੂੰ ਭੁੱਲ ਜਾਂਦੇ ਆ। ਜੇ ਮਾਲਕ ਨੂੰ ਵੀ ਯਾਦ ਕਰਦੇ, ਸਿਮਰਨ ਅਭਿਆਸ ਵਿੱਚ ਸੁਰਤ ਰਹਿੰਦੀ ਆ, ਦੁਨੀਆ ਦੀ ਕਿਰਤ ਵੀ ਕਰੀ ਜਾਂਦੇ, ਉਹ ਕਿਰਤ ਵੀ ਪ੍ਰਵਾਨ ਆ। ਤਾਂ ਹੀ ਮਹਾਰਾਜ ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ। ਚੌਪੜ ਕਹਿੰਦੇ ਬਰਾਬਰ, ਕਹਿੰਦੇ ਜਿੰਨੀ ਕਿਰਤ ਕਰਦੇ ਹੋ, ਧਰਮ ਦਾ ਮਤਲਬ ਨਾਮ ਜਪਣਾ, ਉਹਨਾਂ ਨਾਮ ਵੀ ਜਪੀ ਜਾਓ। ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਅਸੀਂ ਬਹੁਤ ਸਾਰੇ ਗੁਰਮੁਖ ਪੜ੍ਹਦੇ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆ ਨਾ ਸਾਨੂੰ, ਸਿਮਰ ਸਿਮਰ ਹਰ ਕਾਰਨ ਕਰਨਾ।
ਮਹਾਰਾਜ ਕਹਿੰਦੇ ਜਿਹੜੀ ਵੀ ਕਿਰਤ ਕਰਨੀ, ਜਿਹੜਾ ਵੀ ਕਰਮ ਕਰਨਾ ਆ, ਤੂੰ ਸਿਮਰਨ ਕਰੀ ਜਾ, ਸਵਾਸ ਨਾ ਗਵਾਈ ਜਾ। ਤੇ ਮਹਾਰਾਜ ਗੁਰਬਾਣੀ 'ਚ ਤਾਈਓ ਆਪਾਂ ਨੂੰ ਸਮਝਾਉਂਦੇ ਆ, ਗੁਰਬਾਣੀ ਦੁਆਰਾ ਆਪਾਂ ਨੂੰ ਮਹਾਰਾਜ ਕਹਿੰਦੇ ਦਰਸ਼ਨ ਦੇਖ ਮਿਲੈ ਬੈਰਾਗੀ, ਮਨ ਮਨਸਾ ਮਾਰ ਸਮਾਤਾ ਹੈ। ਜਦੋਂ ਤੇਰੇ ਮਨ ਨੇ ਸੰਸਾਰ ਦੀਆਂ ਮਨਸਾ ਆਸਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨਾ, ਤੇਰਾ ਮਨ ਆਪਣੇ ਆਪ ਪਰਮਾਤਮਾ 'ਚ ਸਮਾਉਣਾ ਸਿੱਖ ਜਾਏਗਾ। ਹੁਣ ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ ਹਰ ਇੱਕ ਜੀਵ ਕਹਿੰਦਾ ਵੀ ਮੈਨੂੰ ਹੀ ਵਧੀਆ ਸਮਝਿਆ ਜਾਵੇ, ਜਿੱਥੇ ਮੈਂ ਜਾਵਾਂ ਸਾਰੇ ਦੁਨੀਆ ਦੇ ਜੀਵ ਮੇਰੀ ਸਿਫਤ ਸਲਾਹ ਕਰਨ, ਸਾਰੇ ਦੁਨੀਆ ਦੇ ਜੀਵ ਮੈਨੂੰ ਹੀ ਧਿਆਉਣ, ਭਾਵ ਕਿ ਮੇਰਾ ਨਾਂ ਲੈਣ। ਜਿਹੜੀ ਮਹਿਫਲ 'ਚ ਜਾਵਾਂ, ਜਿਹੜੇ ਰਿਸ਼ਤੇਦਾਰਾਂ ਕੋਲ, ਜਿੱਥੇ ਵੀ ਦੁਨੀਆ 'ਚ ਵਰਤਾਂ, ਆਪਣੇ ਆਪ ਨੂੰ ਪ੍ਰਧਾਨ ਸਮਝੀ ਬੈਠਾ ਆ। ਤੇ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਾਰਾ ਇਹ ਗਿਆਨ ਦਿੰਦੇ ਆ ਗੁਰਬਾਣੀ ਦੁਆਰਾ। ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਆ ਪ੍ਰਧਾਨ ਕੌਣ ਆ ਮਾਲਕ ਦੀਆਂ ਨਜ਼ਰਾਂ ਵਿੱਚ? ਪ੍ਰਧਾਨਾ ਕੌਣ ਆ? ਜਿਹੜਾ ਸਤਿਗੁਰ ਦਾ ਸਿਮਰਨ ਕਰਦਾ। ਸਤਿਗੁਰ ਸੇਵੇ ਸੇ ਪ੍ਰਧਾਨਾ। ਕਹਿੰਦੇ ਇੱਥੋਂ ਦੁਨੀਆ ਦੀ ਵਡਿਆਈ ਤੁਸੀਂ ਲੈ ਕੇ ਕੀ ਕਰਨੀ ਆ? ਕਿਉਂਕਿ ਮਹਾਰਾਜ ਕਹਿੰਦੇ ਆ ਜੇ ਜੁਗ ਚਾਰੇ ਆਰ ਜਾ, ਜੀਵ ਚਾਹੁੰਦਾ ਮੇਰੀ ਉਮਰ ਬਹੁਤ ਹੋਵੇ। ਕਹਿੰਦੇ ਮਹਾਰਾਜ ਕਹਿੰਦੇ ਚੱਲ ਮੰਨਿਆ ਤੇਰੀ ਉਮਰ 4 ਯੁੱਗ ਹੋ ਜੇ, ਹੋਰ ਦਸੂਣੀ ਹੋਏ। ਦਸੂਣੀ ਦਾ ਮਤਲਬ 10 ਗੁਣਾ ਹੋ ਜਾਏ। 10 ਗੁਣਾ ਦਾ ਮਤਲਬ 40 ਯੁੱਗ। 10 ਦੇ 10 ਚੌਕਾ 40 ਯੁੱਗ ਹੋ ਜਾਣ, ਚੱਲ ਮੰਨਿਆ ਤੇਰੀ ਇੰਨੀ ਉਮਰ ਵੀ ਹੋ ਜਾਏ। ਤੇ ਅੱਗੇ ਕੀ ਕਹਿੰਦੇ ਮਹਾਰਾਜ? ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ। 9 ਖੰਡਾਂ ਵਿੱਚ ਤੇਰੀ ਚਰਚਾ ਚੱਲਦੀ ਹੋਵੇ ਵੀ ਉਹ ਦੁਨੀਆ ਤੇ ਐਸ ਨਾਂ ਦਾ ਜੀਵ ਰਹਿੰਦਾ ਵੀ ਬੜਾ ਚੰਗਾ ਆ, ਉਹ ਬਹੁਤ ਵਧੀਆ ਬੰਦਾ ਆ। ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਦੁਨੀਆ ਦੇ ਲੋਕ ਤੇਰੇ ਅੱਗੇ ਪਿੱਛੇ ਤੁਰੇ ਫਿਰਨ। ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੇ। ਦੁਨੀਆ ਦੇ ਲੋਕ ਤੇਰੀ ਵਾਹ ਵਾਹ ਕਰਦੇ ਹੋਣ। ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ। ਜੇ ਤੈਨੂੰ ਪਰਮਾਤਮਾ ਹੀ ਮਿਲਿਆ ਨਹੀਂ ਦੁਨੀਆ 'ਚ ਆ ਕੇ, ਤੇ ਮਹਾਰਾਜ ਕਹਿੰਦੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਜਿਹੜੇ ਤੇਰੀ ਵਾਹ ਵਾਹ ਕਰਦੇ ਸੀ ਉਹਨਾਂ ਨੇ ਚੁੱਕ ਕੇ ਅੱਗ 'ਚ ਸਾੜ ਆਉਣਾ, ਤੇ ਜਦੋਂ ਤੂੰ ਇਸ ਸਰੀਰ 'ਚੋਂ ਨਿਕਲ ਕੇ ਜਾਣਾ, ਉੱਥੇ ਤੈਨੂੰ ਕਿਸੇ ਨੇ ਕੁਛ ਸਮਝਣਾ ਹੀ ਨਹੀਂ। ਕਿਉਂਕਿ ਮਹਾਰਾਜ ਗੁਰਬਾਣੀ 'ਚ ਕੀ ਸਮਝਾਉਂਦੇ ਆ? ਸਤਿਗੁਰ ਤਾਂ ਹੀ ਗੁਰਬਾਣੀ 'ਚ ਆਪਾਂ ਨੂੰ ਇਹ ਸਮਝਾਉਂਦੇ, ਸਤਿਗੁਰ ਸੇਵੇ ਸੇ ਪ੍ਰਧਾਨਾ। ਤੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਕੀ ਵਸ ਜਾਂਦਾ ਫਿਰ ਜਿਹੜੇ ਇਸੇ ਪ੍ਰਧਾਨ ਬਣ ਜਾਂਦੇ ਆ? ਮਹਾਰਾਜ ਕਹਿੰਦੇ 3 ਘਟ ਘਟ ਅੰਤਰ ਬ੍ਰਹਮ ਪਛਾਨਾ। ਕਹਿੰਦੇ ਫਿਰ ਉਹ ਆਪਣੇ ਅੰਦਰ ਤੇ ਹਰ ਇੱਕ ਸਰੀਰ ਦੇ ਅੰਦਰ ਪਹਿਚਾਨ ਕਰ ਲੈਂਦੇ ਆ ਕਿ ਇਹਦੇ ਅੰਦਰ ਨਿਰੰਕਾਰ ਵਾਹਿਗੁਰੂ ਦੀ ਜੋਤ ਆ। ਮੈਂ ਇਹਦੀ ਨਿੰਦਿਆ ਨਹੀਂ ਕਰਨੀ, ਮੈਂ ਇਹਦੀ ਚੁਗਲੀ ਨਹੀਂ ਕਰਨੀ, ਮੈਂ ਇਹਦੇ ਨਾਲ ਈਰਖਾ ਦੁਬਦਾ ਵੈਰ ਵਿਰੋਧ ਨਹੀਂ ਰੱਖਣਾ। ਕਿਉਂ? ਕਿਉਂਕਿ ਇਹ ਤਾਂ ਵਾਹਿਗੁਰੂ ਦੀ ਜੋਤ ਇਹਦੇ ਅੰਦਰ। ਮੈਂ ਕਿਹਦੇ ਨਾਲ ਈਰਖਾ ਕਰਾਂ? ਸਰੀਰ ਤੇ ਇੱਕ ਮਿੱਟੀ ਆ, ਸਰੀਰ ਤੇ ਇੱਕ ਕੱਪੜਾ ਆ, ਜਿਹਨੂੰ ਪਹਿਚਾਨ ਆ ਜਾਂਦੀ ਗੁਰਬਾਣੀ ਦੁਆਰਾ। ਮਹਾਰਾਜ ਕਹਿੰਦੇ ਗੁਰਬਾਣੀ ਵਿੱਚ, ਕਹਿੰਦੇ ਸਤਿਗੁਰ ਸੇਵੇ ਸੇ ਪ੍ਰਧਾਨਾ, 3 ਘਟ ਘਟ ਅੰਤਰ ਬ੍ਰਹਮ ਪਛਾਨਾ। ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਹੁਣ ਆਪਾਂ ਮੰਗਦੇ ਹਾਂ ਭਈ ਇਹ ਕਿਸ ਗੁਰੂ ਕੋਲੋਂ ਜਾ ਕੇ ਕਿ ਵਾਹਿਗੁਰੂ ਜਿਹੜਾ ਤੇਰੀ ਸਿਫਤ ਕਰਦਾ ਆ, ਜਿਹੜਾ ਤੇਰਾ ਨਾਮ ਜਪਦਾ ਆ, ਜਿਹੜਾ ਤੇਰਾ ਭੇਤ ਦਿੰਦਾ, ਮੈਨੂੰ ਉਹਦੀ ਸੰਗਤ ਬਖਸ਼ਿਸ਼ ਕਰ। ਆਪਾਂ ਕਦੀ ਨਹੀਂ ਮੰਗੀ ਇਹ ਸੰਗਤ, ਤੇ ਫਿਰ ਗਿਆਨ ਕਿੱਥੋਂ ਆਊਗਾ? ਕਿਤੇ ਵੀ ਆ ਗੁਰਬਾਣੀ ਦੀ ਕਥਾ ਦੁਨੀਆ ਦੇ ਤੌਰ ਤੇ ਸੁਣਾਈ ਜਾਂਦੀ ਹੈ ਸਾਨੂੰ। ਗੁਰਬਾਣੀ ਪੜ੍ਹ ਕੇ ਪੰਗਤੀ ਪਾਵਨ ਬਚਨ ਗੁਰਬਾਣੀ ਦੇ ਪੜ੍ਹੇ ਜਾਂਦੇ ਆ ਤੇ ਗੱਲਾਂ ਸੰਸਾਰ ਦੀਆਂ ਸੁਣਾਈਆਂ ਜਾਂਦੀਆਂ। ਪਰ ਗੁਰੂ ਨਾਨਕ ਪਾਤਸ਼ਾਹ ਮਾਰੇ ਕੀ ਕਹਿੰਦੇ? ਕਹਿੰਦੇ ਆਪਾਂ ਕੀ ਮੰਗਣਾ ਸਤਿਗੁਰੂ ਕੋਲੋਂ ਜਾ ਕੇ ਵੀ ਐਸੇ ਗੁਰਮੁਖਾਂ ਦੀ ਸੰਗਤ ਬਖਸ਼ਿਸ਼ ਕਰੋ ਵਾਹਿਗੁਰੂ, ਐਸੇ ਸਤਪੁਰਖ ਦੀ ਸੰਗਤ ਬਖਸ਼ਿਸ਼ ਕਰੋ ਵਾਹਿਗੁਰੂ, ਐਸੇ ਮਹਾਂਪੁਰਖ ਦੀ ਸੰਗਤ ਬਖਸ਼ਿਸ਼ ਕਰੋ ਵਾਹਿਗੁਰੂ ਕਿ ਜਿਹੜਾ ਤੇਰਾ ਗਿਆਨ ਦਿੰਦਾ ਹੋਵੇ। ਮਹਾਰਾਜ ਕੀ ਕਹਿੰਦੇ ਗੁਰਬਾਣੀ ਵਿੱਚ? ਕਹਿੰਦੇ ਨਾਨਕ ਹਰ ਜਸ ਹਰ ਜਨ ਕੀ ਸੰਗਤ। ਕਹਿੰਦੇ ਜਿੱਥੇ ਹਰੀ ਦਾ ਜਸ ਬੋਲਿਆ ਜਾਂਦਾ ਹੋਵੇ, ਜਿੱਥੇ ਉਹਦੀ ਮਹਿਮਾ ਕੀਤੀ ਜਾਂਦੀ ਹੋਵੇ, ਉਹ ਆ ਉਹਦੀ ਅਸਲੀ ਸੱਚੀ ਸੰਗਤ। ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ। ਜਿਨਨੇ ਉਹਨੂੰ ਜਾਣ ਲਿਆ, ਮੈਨੂੰ ਉਹਦੀ ਸੰਗਤ ਬਖਸ਼ਿਸ਼ ਕਰ। ਜਿਹਨੂੰ ਉਹਦਾ ਗਿਆਨ ਆ ਗਿਆ।
ਮੈਂ ਦੁਨੀਆ ਦੇ ਹੋਰ ਕਿਸੇ ਜੀਵ ਦੀ ਸੰਗਤ ਨਹੀਂ ਮੰਗਦਾ। ਹੁਣ ਆਪਾਂ ਸੰਗਤ ਮੰਗ ਲੈਨੇ ਵੀ ਫਲਾਣਾ ਬਾਬਾ ਤੇ ਚੁਟਕਲੇ ਬੜੇ ਸੁਣਾਉਂਦਾ, ਬੜੀਆਂ ਹਾਸੇ ਵਾਲੀਆਂ ਗੱਲਾਂ ਸੁਣਾਉਂਦਾ, ਉਹਦੇ ਤੇ ਆਪਣੇ ਸਵਾਸ ਖਰਚ ਕਰ ਰਿਹਾ ਕਿਉਂਕਿ ਉਹਨੂੰ